ਝਲੇ ਨਿਸ ਸਸ ਝਲੇ ਤਾਰ ਕਾ ਲਖ ਪਲੋਏ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਬਗੋਏ ਪਰਸ਼ੀਅਨ ਦਾ ਲਫ਼ਜ਼ ਹੈ। ਮੈਂ ਸੱਚ ਕਹਿ ਰਿਹਾ। ਨਾਨਕਾ ਸੱਚ ਬਗੋਏ। ਸਤਿਗੁਰੂ ਦੇਵ ਜੀ ਮਹਾਰਾਜ ਕਹਿ ਰਹੇ ਨੇ, ਨਾਨਕਾ ਸੱਚ ਬਗੋਏ। ਮੈਂ ਇੱਕ ਸੱਚਾਈ ਬਿਆਨ ਕਰ ਰਿਹਾ, ਕਹਿ ਰਿਹਾ ਕਿ ਦਿਨ ਰਵ ਚਲੇ ਨਿਸ ਸਸ ਚਲੇ ਤਾਰ ਕਾ ਲਖ ਪਲੋਏ। ਸੂਰਜ ਚੰਦਰਮਾ ਔਰ ਨ ਲਖੇ ਜਾਣ ਵਾਲੇ, ਨ ਗਿਣੇ ਜਾਣ ਵਾਲੇ ਤਾਰੇ, ਸਿਆਰੇ, ਗ੍ਰਹਿ, ਨਿਛੱਤਰ, ਜ਼ਮੀਨ, ਆਸਮਾਨ ਸਭ ਚੱਲ ਰਿਹਾ, ਚੱਲ ਰਿਹਾ। ਅਤੇ ਜੇ ਚੱਲ ਰਿਹਾ ਤਾਂ ਪਹੁੰਚਣਾ ਇਹਨਾਂ ਨੇ ਕਿੱਥੇ ਹੈ? ਆਖਿਰ ਚੱਲਦੇ ਹੋਏ ਦੀ ਕੋਈ ਮੰਜ਼ਿਲ ਆਉਂਦੀ ਹੈ, ਚੱਲਦੇ ਹੋਏ ਦਾ ਕੋਈ ਟਿਕਾਣਾ ਹੁੰਦਾ ਹੈ। ਚੱਲ ਰਿਹਾ ਤਾਂ ਫਿਰ ਉਸਦਾ ਕੋਈ ਘਰ ਹੋਵੇਗਾ। ਮਹਾਰਾਜ ਫਿਰ ਅਗਲੀ ਪੰਕਤੀ 'ਚ ਕਹਿੰਦੇ ਨੇ, ਮੁਕਾਮ ਉਹੀ ਏਕ ਹੈ। ਮੁਕਾਮ ਲਫ਼ਜ਼ ਵੀ ਫਾਰਸੀ ਦਾ ਹੈ, ਮੁਕਾਮ ਘਰ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਮੈਂ ਸੱਚ ਕਹਿ ਰਿਹਾ, ਸਾਰਿਆਂ ਦਾ ਘਰ ਇੱਕੋ ਹੀ ਹੈ, ਸਾਰਿਆਂ ਦਾ ਟਿਕਾਣਾ ਇੱਕੋ ਹੈ। ਚਲੋ ਮੁਕਾਮ ਇੱਕੋ ਹੈ, ਘਰ ਇੱਕੋ ਹੈ, ਘਰ ਦੀ ਗੱਲ ਬਾਅਦ ਵਿੱਚ ਕਰਾਂਗੇ। ਇਹ ਫਿਰ ਚੱਲੇ ਕਿੱਥੋਂ ਨੇ? ਆਪ ਸੁਣ ਕੇ ਹੈਰਾਨ ਹੋਵੇਗੇ, ਗੁਰਬਾਣੀ ਕਹਿੰਦੀ ਹੈ ਚੱਲੇ ਵੀ ਘਰ ਤੋਂ ਨੇ, ਘਰ ਤੋਂ ਚੱਲੇ ਨੇ। ਘਰ ਤੋਂ ਜਦੋਂ ਦੇ ਨਿਕਲੇ ਨੇ, ਬਸ ਅਨੰਤ ਜਨਮਾਂ ਤੋਂ ਬਾਹਰ ਹੀ ਘੁੰਮ ਰਹੇ ਨੇ, ਬਾਹਰ ਹੀ ਘੁੰਮ ਰਹੇ ਨੇ। ਇਹ ਉਤਨੇ ਚਿਰ ਤੱਕ ਘੁੰਮਦੇ ਰਹਿਣਗੇ, ਚੱਲਦੇ ਰਹਿਣਗੇ, ਭਟਕਦੇ ਰਹਿਣਗੇ, ਜਿਤਨੇ ਚਿਰ ਤੱਕ ਵਾਪਸ ਘਰ ਨਹੀਂ ਪਹੁੰਚਦੇ। ਹੁਣ ਮੈਂ ਅਰਜ਼ ਕਰਾਂ, ਵਾਪਸ ਘਰ ਸਿਰਫ ਮਨੁੱਖ ਹੀ ਜਾ ਸਕਦਾ ਹੈ, ਹੋਰ ਨਹੀਂ, ਹੋਰ ਨਹੀਂ। ਔਰ ਮਨੁੱਖਾਂ ਦੇ 'ਚ ਵੀ ਉਹ ਮਨੁੱਖ ਜਿਹਨੂੰ ਘਰ ਯਾਦ ਆ ਗਿਆ, ਜਿਹਨੂੰ ਘਰ ਚੇਤੇ ਆ ਗਿਆ। ਗੁਰਬਾਣੀ ਸਿਰਫ ਘਰ ਯਾਦ ਕਰਾਂਦੀ ਹੈ, ਔਰ ਮਨੁੱਖ ਘਰ ਦੀ ਤਰਫ ਚਲੇ। ਗੁਰਬਾਣੀ ਆਵਾਜ਼ਾਂ ਵੀ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਜਿਸ ਵਕਤ ਘਰ ਦੀ ਯਾਦ ਆ ਜਾਂਦੀ ਹੈ ਮਨੁੱਖੀ ਮਨ ਨੂੰ, ਫਿਰ ਉਹ ਪ੍ਰਾਰਥਨਾ ਕਰਦਾ ਹੈ, ਅਰਦਾਸ ਕਰਦਾ ਹੈ ਕਿ ਜਿਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਹੇ ਪ੍ਰਭੂ, ਜਿਸ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ ਵਾਪਸ ਭੇਜ। ਭਟਕ ਗਿਆ, ਭੁੱਲ ਗਿਆ ਦਰਵਾਜ਼ਾ, ਘਰ ਦਾ ਰਸਤਾ ਹੀ ਭੁੱਲ ਗਿਆ, ਦਰ ਦਾ ਰਸਤਾ ਹੀ ਭੁੱਲ ਗਿਆ। ਫਿਰ ਉਹਦੇ ਅੰਦਰੋਂ ਇਹ ਪ੍ਰਾਰਥਨਾ ਨਿਕਲਦੀ ਹੈ, ਜਿੱਥ ਦੁਆਰੇ ਉਬਰੇ, ਜਿੱਥੋਂ ਉਬਾਰ ਹੋਇਆ, ਸਾਡਾ ਆਵਣਾ ਹੋਇਆ। ਜਿੱਥ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਹੇ ਪ੍ਰਭੂ, ਫਿਰ ਉਸੇ ਤੋਂ ਸਾਡੀ ਵਾਪਸੀ ਕਰਾ। ਤਾਂ ਇਹਦਾ ਮਤਲਬ ਹੈ ਮਨੁੱਖ ਘਰ ਭੁੱਲ ਗਿਆ, ਦਰ ਭੁੱਲ ਗਿਆ। ਕਿਉਂ? ਬਹੁਤ ਲੰਬੇ ਸਮੇਂ ਤੋਂ ਪਰਦੇਸ ਦੇ 'ਚ ਹੈ। ਮਨੋਚਿੰਤਕ ਐਸਾ ਕਹਿੰਦੇ ਨੇ, ਮਨੋਵਿਗਿਆਨੀ, ਬਹੁਤ ਲੰਬੇ ਪਰਦੇਸ ਦੇ 'ਚ ਰਹਿਣ ਕਰਕੇ ਮਨੁੱਖ ਦੇਸ ਨੂੰ ਭੁੱਲ ਜਾਂਦਾ ਹੈ। ਪਰਦੇਸ ਦੀ ਤਹਿਜ਼ੀਬ ਉਹ ਤਮੱਦਨ ਅਪਣਾ ਲੈਂਦਾ ਹੈ। ਔਰ ਜੇ ਪਰਦੇਸ ਹੀ ਦੇਸ ਬਣ ਗਿਆ,
ਫਿਰ ਉਸ ਨੂੰ ਵਾਪਸ ਭੇਜਣਾ ਵੀ ਬੜਾ ਔਖਾ ਹੈ। ਕਿਉਂ? ਹੁਣ ਤੇ ਪਰਦੇਸ ਨੂੰ ਦੇਸ਼ ਸਮਝ ਬੈਠਾ। ਤਾਂ ਸਤਿਗੁਰੂ ਯਾਦ ਕਰਾਉਂਦੇ ਨੇ, ਮਨ ਪਰਦੇਸੀ ਜੇ ਥੀਏ ਸਭ ਦੇਸ ਪਰ ਆਇਆ, ਤੂੰ ਕਿਧਰੇ ਵੀ ਚਲਾ ਜਾ, ਤੇਰਾ ਦੇਸ਼ ਨਹੀਂ ਹੈ, ਨਹੀਂ ਹੈ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਸ ਸਭ ਕੁਝ ਨੂੰ ਖੋਲ੍ਹਣ ਤੋਂ ਪਹਿਲੇ ਫਿਰ ਹੁਣ ਮੈਂ ਅਰਜ਼ ਕਰਾਂ, ਚਲੇ ਕਿੱਥੋਂ ਹਾਂ? ਚੱਲ ਤੇ ਹੁਣ ਵੀ ਰਹੇ ਹਾਂ, ਪਰ ਚਲੇ ਕਿੱਥੋਂ? ਘਰ ਤੋਂ ਚਲੇ ਹਾਂ, ਦਰ ਤੋਂ ਚਲੇ ਹਾਂ। ਘਰ ਕਿਹੜਾ ਹੈ, ਉਹ ਦਰ ਕਿਹੜਾ ਹੈ, ਉਸੇ ਦਾ ਸਾਰਾ ਖੁਲਾਸਾ ਹੈ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਰਾਮ ਕੱਲੀ ਮਹੱਲਾ ਪਹਿਲਾ ਦੂਜੇ ਸ਼ਬਦ ਸਤਿਗੁਰੂ ਕਹਿੰਦੇ ਨੇ, ਜਿਤ ਦਰ ਵਸੈ, ਹੇ ਪ੍ਰਭੂ ਜਿਸ ਘਰ ਦੇ 'ਚ ਤੂੰ ਰਹਿੰਦਾ ਉਹੀ ਸਾਡਾ ਘਰ ਹੈ, ਉਹੀ ਸਾਡਾ ਘਰ ਹੈ। ਪਰ ਅਸੀਂ ਭੁੱਲ ਗਏ, ਭੁੱਲ ਗਏ। ਇਸ ਵਾਸਤੇ ਹੁਣ ਕੋਈ ਤੇ ਮੈਨੂੰ ਦੱਸੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਰਾਮ ਕੱਲੀ ਮਹੱਲਾ ਪਹਿਲਾ, ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਣ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸਾਰੇ ਘਰਾਂ ਤੋਂ ਉਦਾਸ ਹੋ ਕੇ, ਸਾਰੇ ਦਰਾਂ ਤੋਂ ਉਦਾਸ ਹੋ ਕੇ, ਨਿਰਾਸ਼ ਹੋ ਕੇ, ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਤੇ ਦੱਸੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਮਨ ਕਿਧਰੇ ਵੀ ਚਲਾ ਜਾਏ ਨਹੀਂ ਟਿਕਦਾ, ਨਹੀਂ ਟਿਕਦਾ। ਕਿਉਂ? ਪਰਦੇਸ ਹੈ। ਅਗਰ ਕਿਧਰੇ ਟਿਕਦਾ ਵੀ ਹੈ ਤੇ ਟਿਕਾਓ ਵਕਤੀ ਆਉਂਦਾ ਹੈ। ਮਨ ਦੇ ਤਲ 'ਤੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ, ਕਿਉਂਕਿ ਮਨ ਬੜਾ ਤੀਕਸ਼ਣ ਗਤੀ ਨਾਲ ਚੱਲਦਾ ਹੈ। ਸੰਗੀਤ ਦੀ ਧੁਨ ਪੁਰਾਣੀ ਹੋ ਜਾਂਦੀ ਹੈ, ਕਵਿਤਾ ਪੁਰਾਣੀ ਹੋ ਜਾਂਦੀ ਹੈ, ਮਹਿਫਿਲਾਂ ਪੁਰਾਣੀਆਂ ਆਉਂਦੀਆਂ, ਮਨੋਰੰਜਨ ਦੇ ਸਾਧਨ ਪੁਰਾਣੇ ਹੋ ਜਾਂਦੇ ਨੇ, ਯਾਰ ਦੋਸਤ ਪੁਰਾਣੇ ਹੋ ਜਾਂਦੇ ਨੇ, ਘਰ ਪੁਰਾਣਾ ਹੋ ਜਾਂਦਾ ਹੈ, ਫੈਸ਼ਨ ਪੁਰਾਣੇ ਹੋ ਜਾਂਦੇ ਨੇ, ਸਭ ਕੁਝ ਪੁਰਾਣਾ ਹੋ ਜਾਂਦਾ ਹੈ। ਅਤੇ ਪੁਰਾਣੇ ਨਾਲ ਮਨ ਸਹਿਮਤ ਨਹੀਂ, ਪੁਰਾਣੀ ਥਾਂ 'ਤੇ ਮਨ ਟਿਕਦਾ ਨਹੀਂ। ਅਤੇ ਬੜੇ ਧਿਆਨ ਨਾਲ ਸੁਣਨਾ, ਨਵੇਂ ਅਤੇ ਪੁਰਾਣੇ ਦੇ 'ਚ ਫਾਸਲਾ ਕਿੰਨਾ ਹੈ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਤੋ ਮਨ ਟਿਕਦਾ ਨਹੀਂ, ਕਿਧਰੇ ਵੀ ਨਹੀਂ ਟਿਕਦਾ। ਸਾਰੀ ਜ਼ਿੰਦਗੀ ਮਨੁੱਖ ਚੇਂਜਸ ਕਰਦਾ ਰਹਿੰਦਾ ਹੈ, ਮਕਾਨ ਬਦਲ ਲਈ ਹੈ, ਕੁਛ ਐਸੇ ਵੀ ਨੇ ਕਾਰੋਬਾਰ ਬਦਲ ਲਈ ਹੈ, ਫੈਸ਼ਨ ਬਦਲ ਲਈ ਹੈ, ਸੰਗੀਤ ਦੀ ਧੁਨ ਬਦਲੀ ਹੋਈ ਸੁਣੀ ਹੈ, ਕੋਈ ਬਦਲੀ ਹੋਈ ਕਵਿਤਾ ਸੁਣੀ ਹੈ, ਕੋਈ ਬਦਲਿਆ ਹੋਇਆ ਫੈਸ਼ਨ ਹੰਡਾਈ ਹੈ, ਕੋਈ ਬਦਲੇ ਹੋਏ ਮਨੋਰੰਜਨ ਦੇ ਸਾਧਨ ਵੇਖੀਏ। ਪਰ ਮੈਂ ਫਿਰ ਅਰਜ਼ ਕਰਾਂ, ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਪੁਰਾਣਾ ਬੇਰਸ ਹੋ ਜਾਂਦਾ ਹੈ। ਜੈਸੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦਿਆਂ ਅਤੇ ਮੈਂ ਅੱਗੇ ਚਲਾਂ। ਕੋਈ ਕਵੀ ਕਿਤਨਾ ਮਹਾਨ ਹੋਵੇ ਅਤੇ ਉਹਦੀ ਰਚਨਾ, ਉਹਦੀ ਕਵਿਤਾ ਵੀ ਮਹਾਨ ਹੋਵੇ, ਅਤੇ ਉਹ ਤੁਹਾਨੂੰ ਸੁਣਾਏ, ਤੁਹਾਨੂੰ ਬੜਾ ਰਸ ਆ ਜਾਏ, ਅਤੇ ਤੁਹਾਡੇ ਰਸ ਨੂੰ ਵੇਖ ਕੇ ਹੁਣ ਉਹ ਇਹ ਆਖ ਦੇਵੇ ਕਿ ਮੈਂ ਹੁਣ ਇੱਕ ਦਫਾ ਤੁਹਾਨੂੰ ਫਿਰ ਸੁਣਾਉਣ ਲੱਗਾ, ਤਾਂ ਸਮਝ ਲੈਣਾ ਅੱਧਾ ਰਸ ਖੋ ਗਿਆ, ਖੋ ਗਿਆ। ਰਹੇਗਾ ਪਰ ਅੱਧਾ ਰਸ। ਅਤੇ ਜੇ ਉਹ ਕਵੀ ਹੁਣ ਕਹਿ ਦੇਵੇ ਮੈਂ ਤੁਹਾਨੂੰ ਹੁਣ ਤੀਜੀ ਦਫਾ ਸੁਣਾਉਣ ਲੱਗਾ,
तो समझ लेना सिर्फ 2-3% 2-3% रस रह गया, सब खो गया, सब खो गया। ਤੇ ਜੇ ਉਹ ਕਵੀ ਆਖ ਦੇਵੇ ਮੈਂ ਹੁਣ ਤੁਹਾਨੂੰ ਚੌਥੀ ਦਫਾ ਸੁਣਾਉਣ ਲੱਗਾ, ਤੇ ਸਰੋਤੇ ਸਮਝਣਗੇ ਇਹਦਾ ਦਿਮਾਗ ਕਿਧਰੇ ਹਿਲਿਆ ਤੇ ਨਹੀਂ, ਪਾਗਲ ਤੇ ਨਹੀਂ, ਹੱਦ ਹੋ ਗਈ। ਪਹਿਲੀ ਦਫਾ ਸੁਣਾਈ ਤੇ ਮਹਾਨ ਸਿਆਣਾ ਲੱਗਿਆ, ਤੇ ਹੁਣ ਚੌਥੀ ਦਫਾ ਸੁਣਨ ਲੱਗਿਆ ਤੇ ਮਹਾਨ ਮੂਰਖ ਲੱਗਦਾ ਹੈ। ਕਿਉਂ? ਪਹਿਲੀ ਦਫਾ ਸੁਣਾਇਆ ਤਾਂ ਨਹੀਂ ਸੁਣਿਆ ਸੀ, ਨਵੀਂ ਸੀ। ਚੌਥੀ ਦਫਾ ਸੁਣਾਉਣ ਲੱਗਾ, ਪੁਰਾਣੀ ਹੋ ਗਈ। ਤੇ ਜੇ ਕਿਧਰੇ ਉਹ ਜ਼ਿੱਦ ਕਰੇ ਮੈਂ ਹੁਣ ਤੁਹਾਨੂੰ 5ਵੀਂ ਦਫਾ ਸੁਣਾਉਣ ਲੱਗਾ, ਤੇ ਸਰੋਤੇ ਕਹਿਣਗੇ ਦੀਵਾਰਾਂ ਨੂੰ ਸੁਣਾ, ਅਸੀਂ ਚੱਲੇ ਹਾਂ, ਅਸੀਂ ਚੱਲੇ ਹਾਂ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਇਸ ਵਾਸਤੇ ਮਨ ਕਿਧਰੇ ਵੀ ਨਹੀਂ ਟਿਕਦਾ। ਕਿਉਂ? ਮਨ ਦੇ ਤਲ 'ਤੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ। ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ ਨੇ, ਯਾਰ ਦੋਸਤ ਪੁਰਾਣੇ ਹੋ ਜਾਂਦੇ ਨੇ, ਗੁਸਤਾਖੀ ਮਾਫ, ਪਰਿਵਾਰ ਪੁਰਾਣੇ ਹੋ ਜਾਂਦੇ ਨੇ, ਘਰ-ਬਾਰ ਪੁਰਾਣੇ ਹੋ ਜਾਂਦੇ ਨੇ, ਸੈਰ ਤਫਰੀਹ ਦੇ ਸਾਧਨ ਪੁਰਾਣੇ ਹੋ ਜਾਂਦੇ ਨੇ। ਪੁਰਾਣੇ 'ਚ ਮਨ ਲੱਗਦਾ ਨਹੀਂ, ਟਿਕਦਾ ਨਹੀਂ। ਮਨ ਦਾ ਘਰ ਉਹ ਹੈ ਜਿਹੜਾ ਕਦੀ ਪੁਰਾਣਾ ਹੁੰਦਾ ਹੀ ਨਹੀਂ, ਉਹ ਘਰ ਹੈ। ਤੁਸੀਂ ਆਖੋਗੇ ਐਸਾ ਕੀ ਹੈ ਜਿਹੜਾ ਕਦੀ ਨਹੀਂ ਪੁਰਾਣਾ ਹੁੰਦਾ? ਤੋ ਪੰਕਤੀਆਂ ਸੁਣ ਲਓ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਉਹ ਨਿਤ ਨਵਾਂ ਹੈ। ਅਨੁਭਵੀ ਸੰਤ ਕਹਿੰਦੇ ਨੇ 1 ਸੈਕਿੰਡ ਪਹਿਲੇ ਜੋ ਜਪਣ ਦਾ ਰਸ ਆਇਆ ਸੀ, 1 ਸੈਕਿੰਡ ਬਾਅਦ ਕੁਝ ਹੋਰ ਹੈ, ਅੱਗੇ ਫਿਰ ਕੁਝ ਹੋਰ ਹੈ। ਰਸ ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ, ਘਟਦਾ ਨਹੀਂ ਹੈ। ਭੋਜਨ ਦੀ ਪਹਿਲੀ ਬੁਰਕੀ 'ਚ ਜੋ ਰਸ ਹੈ, ਦੂਜੀ 'ਚ ਨਹੀਂ ਹੈ। ਕਿਉਂ? ਪਹਿਲੀ ਬੁਰਕੀ ਨਾਲ ਕੁਝ ਭੁੱਖ ਘਟ ਗਈ ਤਾਂ ਰਸ ਵੀ ਘਟ ਗਿਆ, ਫਿਰ ਦੂਜੀ 'ਚ ਹੋਰ ਘਟ ਗਿਆ, ਤੀਜੀ 'ਚ ਹੋਰ ਘਟ ਗਿਆ, ਚੌਥੀ 'ਚ ਹੋਰ ਘਟ ਗਿਆ, ਭਰ ਗਿਆ ਪੇਟ, ਰੱਜ ਗਿਆ, ਰਸ ਖੋ ਗਿਆ। ਜੈਸੇ ਜੈਸੇ ਭੁੱਖ ਮਿਟਦੀ ਜਾਏਗੀ, ਰੁਪਏ ਕਾਮੇ ਦੋਸਤੀ ਭੁੱਖੇ ਸਾਧੇ ਗੰਢ, ਜੈਸੇ ਜੈਸੇ ਭੁੱਖ ਮਿਟਦੀ ਗਈ ਰਸ ਮਿਟਦਾ ਗਿਆ, ਮਿਟਦਾ ਗਿਆ। ਪਰ ਗਜ਼ਬ ਦੀ ਗੱਲ ਹੈ, ਪ੍ਰਭੂ ਦਾ ਨਾਮ ਜੋ ਜਪੇਗਾ ਤੇ ਜੇ ਉਸ ਨੂੰ ਰਸ ਆ ਗਿਆ ਤੇ ਕਿਧਰੇ ਮਨ ਟਿਕ ਗਿਆ ਉਹਦੇ 'ਚ, ਜਿਉਂ-ਜਿਉਂ ਜਪੇਗਾ ਰਸ ਵੱਧਦਾ ਜਾਏਗਾ, ਵੱਧਦਾ ਜਾਏਗਾ। ਕਬੀਰ ਕਹਿੰਦੇ ਨੇ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੇਂ ਅਗਨ ਉਠੀ ਅਦਖਾਏ। ਏ ਪ੍ਰਭੂ ਤੇਰੇ ਨਾਮ ਦਾ ਜਲ ਪੀਨਾ, ਪਰ ਕੀ ਕਰਾਂ ਪਿਆਸ ਮਿਟਦੀ ਨਹੀਂ। ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪੰਕਤੀਆਂ ਨੇ, ਕਹਿੰਦੇ ਨੇ ਹੇ ਪ੍ਰਭੂ ਤੂੰ ਇੱਕੋ ਹੀ ਜ਼ਬਾਨ ਮੈਨੂੰ ਦਿੱਤੀ ਹੈ, ਕਿਧਰੇ ਕਰੋੜਾਂ ਦੇਵੇਂ ਤੇ ਮੈਂ ਕਰੋੜਾਂ ਨਾਲ ਤੇਰਾ ਨਾਮ ਜਪਾਂ ਤੇ ਅੰਮ੍ਰਿਤ ਰਸ ਭਰ ਭਰ ਕੇ ਪੀਵਾਂ। ਹੁਣ ਇੱਕੋ ਹੀ ਦਿੱਤੀ ਹੈ ਤੂੰ, ਤੇ ਸਾਗਰ ਦੇ 'ਚੋਂ ਮੈਂ ਇੱਕੋ ਹੀ ਪਿਆਲੇ ਨਾਲ ਪੀਂਦਾ, ਜੇ ਕਿਧਰੇ ਤੂੰ ਮੈਨੂੰ ਕਰੋੜਾਂ ਦੇਵੇਂ। ਫਿਰ ਕਹਿੰਦੇ ਨੇ ਹੇ ਪ੍ਰਭੂ ਤੂੰ ਸਿਰਫ 2 ਹੀ ਕੰਨ ਦਿੱਤੇ ਨੇ। ਗੁਰੂ ਅਰਜਨ ਦੇਵ ਜੀ, ਪਤਾ ਸਤਿਗੁਰ ਕੀ ਕਹਿੰਦੇ ਨੇ? ਕੋਟ ਕਰਨ ਦੀਜੇ ਪ੍ਰਭ ਸੁਆਮੀ, 2 ਨਹੀਂ ਕਰੋੜਾਂ ਕੰਨ ਮੈਨੂੰ ਦਿਓ। ਤੇ ਕਰੋੜਾਂ ਕੰਨ ਕੀ ਕਰੋਗੇ? ਕੋਟ ਕਰਨ ਦੀਜੇ ਪ੍ਰਭ ਸੁਆਮੀ, ਹਰ ਜਸ ਸੁਣੀਏ ਅਬਨਾਸੀ ਰਾਮ। ਹੇ ਅਬਨਾਸੀ, ਹੇ ਹਰੀ, ਤੇਰਾ ਜਸ ਸੁਣਾ, ਇੰਨਾ ਰਸ, ਇੰਨਾ ਆਨੰਦ, ਇੰਨਾ 2 ਕੰਨਾਂ ਨਾਲ ਗੱਲ ਨਹੀਂ ਬਣਦੀ, ਕਰੋੜਾਂ ਦੇ ਮੈਨੂੰ। ਇੱਕ ਜ਼ਬਾਨ ਨਾਲ ਗੱਲ ਨਹੀਂ ਬਣਦੀ, ਕਰੋੜਾਂ ਦੇ ਮੈਨੂੰ। ਤੇਰੀ ਸੇਵਾ ਕਰਨ ਦੇ 'ਚ ਵੀ ਬੜਾ ਆਨੰਦ ਹੈ, ਪਰ ਕਰਾਂ ਕਿ 2 ਹੀ ਹੱਥ ਤੂੰ ਦਿੱਤੇ ਨੇ, ਮੈਨੂੰ ਕਰੋੜਾਂ ਦੇ ਤੇਰੀ ਟਹਿਲ ਕਮਾਵਾਂ, ਤੇਰੀ ਸੇਵਾ ਕਰਾਂ। ਬੜਾ ਕੀਮਤੀ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਕਾਰਨ ਭੁੱਖ ਵੱਧਦੀ ਹੈ, ਪਿਆਸ ਵੱਧਦੀ ਹੈ। ਆਖਰੀ ਸਵਾਸ ਤੱਕ
ਇਹ ਰਸ ਵੱਧਦਾ ਜਾਂਦਾ ਹੈ ਅਤੇ ਪਿਆਸ ਵੱਧਦੀ ਜਾਂਦੀ। ਬਹੁਤ ਸਾਰੇ ਸੰਬੰਧਿਤ ਸ਼ਬਦ ਨੇ, ਪਰ ਮੇਰਾ ਪ੍ਰਕਰਣ ਪਰਮਾਤਮਾ ਮਨ ਦਾ ਘਰ ਹੈ। ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ। ਨਾ ਪਰਿਵਾਰ ਦੇ ਟਿਕੇਗਾ, ਨਾ ਘਰ ਬਾਹਰ ਦੇ ਟਿਕੇਗਾ, ਨਾ ਰੰਗ ਤਮਾਸ਼ਿਆਂ 'ਚ ਟਿਕੇ, ਨਾ ਕਿਸੇ ਮਨੋਰੰਜਨ ਦੇ 'ਚ, ਨਾ ਕਿਸੇ ਫੈਸ਼ਨ ਦੇ 'ਚ, ਨਾ ਕਿਸੇ ਸੰਗੀਤ ਦੀ ਧੁਨ ਦੇ 'ਚ, ਨਾ ਕਿਸੇ ਕਵਿਤਾ ਦੇ 'ਚ ਨਹੀਂ ਟਿਕੇਗਾ। ਮਨ ਦੇ ਤਲ 'ਤੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ। ਮਨ ਦਾ ਘਰ ਪਰਮਾਤਮਾ ਹੈ। ਮੇਰੇ ਖਿਆਲ ਹਰ ਮਨੁੱਖ ਨੂੰ ਇਹ ਅਨੁਭਵ ਤੇ ਹੋਵੇਗਾ, ਮਨ ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜਿੱਥੇ ਟਿਕ ਸਕਦਾ ਹੈ ਉਧਰ ਦਾ ਰਸਤਾ ਬੋਲਿਆ ਹੋਇਆ। ਜਿੱਥੇ ਇਸ ਨੂੰ ਟਿਕਣਾ ਚਾਹੀਦਾ ਹੈ, ਟਿਕਾਣਾ ਭੁੱਲ ਗਿਆ। ਤੋ ਟਿਕਾਣਾ ਕੀ ਹੈ? ਮੁਕਾਮ ਉਹੀ ਏਕ ਹੈ। ਮੁਕਾਮ ਤੇ ਸਾਰਿਆਂ ਦਾ ਇੱਕੋ ਹੀ ਹੈ, ਸਾਰਿਆਂ ਦਾ। ਹੁਣ ਸਾਰਿਆਂ ਦੇ ਕੌਣ ਕੌਣ? ਪਹਿਲੇ ਹੁਣ ਮੈਂ ਖੁਲਾਸਾ ਕਰਾਂ। ਸਾਰੇ ਚਲੇ ਘਰ ਤੋਂ ਨੇ, ਔਰ ਘਰ ਤੋਂ ਚੱਲਣ ਲੱਗਿਆ ਨਿਕਲੇ ਦਰ ਤੋਂ ਹੀ ਨੇ, ਦਰਵਾਜ਼ੇ ਤੋਂ ਨਿਕਲੇ ਨੇ। ਇਸ ਵਾਸਤੇ ਇਹਨਾਂ ਦੋਹਾਂ ਦਾ ਜ਼ਿਕਰ ਹੈ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ। ਗੁਰੂ ਨਾਨਕ ਦੇਵ ਜੀ ਐਸਾ ਵੀ ਕਹਿੰਦੇ ਨੇ, ਦਰ ਘਰ ਕੀ ਸੋਝੀ ਨਾ ਹੈ। ਬੰਦੇ ਨੂੰ ਬੜਾ ਗਿਆਨ ਹੈ, ਪਰ ਨਾ ਆਪਣੇ ਘਰ ਦਾ ਗਿਆਨ ਹੈ, ਨਾ ਆਪਣੇ ਦਰਵਾਜ਼ੇ ਦਾ। ਕਾਰਨ ਬੜੀ ਮੁੱਦਤ ਤੋਂ ਪਰਦੇਸ ਦੇ 'ਚ ਹੈ, ਘਰ ਵੀ ਭੁੱਲ ਗਿਆ, ਦਰ ਵੀ ਭੁੱਲ ਗਿਆ, ਰਸਤਾ ਵੀ ਭੁੱਲ ਗਿਆ। ਕਿਸੇ ਜ਼ਮਾਨੇ 'ਚ ਐਸਾ ਕਹਿੰਦੇ ਨੇ ਸਤਿਯੁਗ ਦੇ 'ਚ, ਜਿਵੇਂ ਮਨੁੱਖ ਸੌਂਦਾ ਹੈ ਥੱਕਿਆ ਟੁੱਟਿਆ ਅਤੇ ਉਹਨੂੰ ਨੀਂਦ ਆ ਜਾਂਦੀ ਹੈ। ਇਸ ਤਰ੍ਹਾਂ ਰਿਸ਼ੀ ਮੁਨੀ ਬਸ ਚੌਕੜਾ ਮਾਰ ਕੇ ਬੈਠੇ ਅਤੇ ਸਮਾਧੀ 'ਚ ਲੀਨ ਹੋ ਗਏ, ਜੁੜ ਗਏ, ਪਹੁੰਚ ਗਏ ਘਰ। ਸਹਿਜ ਸੀ, ਸੁਤੇ ਸਿੱਧ ਸੀ। ਅੱਜ ਤੇ ਨੀਂਦ ਵੀ ਖੋ ਗਈ ਹੈ। ਮੇਰੇ ਪੜ੍ਹਨ ਦੇ 'ਚ ਆંકੜੇ ਆਏ ਨੇ ਕਿ 40% ਅਮਰੀਕਨ ਲੋਕ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ, ਜਿਤਨੇ ਸੰਪੰਨ ਲੋਕ ਨੇ। ਹੈਰਾਨ ਹੋਇਆ ਮੈਂ। 40% ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ। ਅਤੇ ਜਿੱਥੇ ਨੀਂਦ ਖੋ ਗਈ ਉੱਥੇ ਸਮਾਧੀ ਕਿੱਥੇ? ਨੀਂਦ ਤਨ ਦਾ ਵਿਸ਼ਰਾਮ ਹੈ, ਸਮਾਧੀ ਮਨ ਦਾ ਵਿਸ਼ਰਾਮ ਹੈ। ਮਨ ਮੇਰੋ ਧਾਵਨ ਤੇ ਛੁਟਕਿਓ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮਨ ਦੀ ਭਟਕਣਾ ਮਿਟ ਗਈ। ਕਿਉਂ? ਮਨ ਮੇਰੋ ਧਾਵਨ ਤੇ ਛੁਟਕਿਓ, ਕਰ ਬੈਠਿਓ ਵਿਸ਼ਰਾਮ। ਵਿਸ਼ਰਾਮ ਕਰ ਗਿਆ, ਸਮਾਧੀ ਲੀਨ ਹੋ ਗਿਆ। ਮਨ ਦਾ ਵਿਸ਼ਰਾਮ ਸਮਾਧੀ ਹੈ, ਤਨ ਦਾ ਵਿਸ਼ਰਾਮ ਨੀਂਦ ਹੈ। ਅਤੇ ਜਿਸ ਮਨੁੱਖੀ ਦੁਨੀਆ 'ਚ ਤਨ ਦਾ ਹੀ ਵਿਸ਼ਰਾਮ ਖੋ ਗਿਆ ਹੋਵੇ, ਮਨ ਦਾ ਕਿੱਥੇ? ਮਨ ਦਾ ਕਿੱਥੇ? ਅਤੇ ਮੈਂ ਅਰਜ਼ ਕਰਾਂ, ਮਨ ਨੂੰ ਵਿਸ਼ਰਾਮ ਮਿਲੇਗਾ ਘਰ ਦੇ 'ਚ। ਅਤੇ ਦਰ ਘਰ ਕੀ ਸੋਝੀ ਨਾ ਹੈ। ਘਰ ਭੁੱਲ ਗਿਆ, ਦਰ ਭੁੱਲ ਗਿਆ, ਰਸਤਾ ਭੁੱਲ ਗਿਆ। ਤੋ ਘਰ ਦਰ ਦੀ ਥੋੜ੍ਹੀ ਜਿਹੀਆਂ ਪਹਿਲੇ ਗੱਲ ਸੁਣ ਲਓ, ਫਿਰ ਬਾਕੀ ਖੁਲਾਸਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨ ਰਹਾਏ ਦਾ। ਮਹਾਰਾਜ ਕਹਿੰਦੇ ਨੇ, ਯੁਗਾਂ ਤੋਂ ਪਹਿਲੇ, ਸਮੇਂ ਤੋਂ ਪਹਿਲੇ, ਮਨੁੱਖਾਂ ਤੋਂ ਪਹਿਲੇ ਧੁੰਦ ਹੀ ਧੁੰਦ ਸੀ, ਕੁਛ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਅਜੋਕੀ ਸਾਇੰਸ ਸਹਿਮਤ ਹੋ ਗਈ ਹੈ। ਸਾਇੰਸ ਦੀ ਅੱਜ ਖੋਜ ਗੁਰੂ ਬਾਬਾ ਗਾਲਬਨ 550 ਸਾਲ ਪਹਿਲੇ ਕਹਿ ਰਹੇ ਨੇ, ਅਰਬਦ ਨਰਬਦ ਧੁੰਦੂ ਕਾਰਾ। ਯੁਗਾਂ ਤੋਂ ਪਹਿਲੇ, ਮਨੁੱਖਾਂ ਤੋਂ ਪਹਿਲੇ, ਕਾਲ ਤੋਂ ਪਹਿਲੇ, ਸਮੇਂ ਤੋਂ ਪਹਿਲੇ ਧੁੰਦ ਹੀ ਧੁੰਦ ਸੀ, ਧੁੰਦ ਹੀ ਧੁੰਦ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਜ਼ਮੀਨ ਵੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ।
ਨਾ ਦਿਨ ਰਹਿਣ ਚੰਦ ਨਾ ਸੂਰਜ ਸੁੰਨੇ ਸੁਨ ਰਹਾਏ ਦਾ। ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਤਾਰੇ ਵੀ ਨਹੀਂ ਸਨ। ਨਹੀਂ ਸੀ, ਇਹ ਸਭ ਕੁਝ ਨਹੀਂ ਸੀ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸਾਇੰਸ ਨੇ ਬਕਾਇਦਾ ਐਸੀ ਫਿਲਮ ਬਣਾਈ ਹੈ, ਮੈਂ ਸ਼ਿਕਾਗੋ ਸਾਇੰਸ ਮਿਊਜ਼ੀਅਮ ਦੇ 'ਚ ਦੇਖੀ। ਚੋਟੀ ਦੇ ਸਾਇੰਟਿਸਟ ਮੈਨੂੰ ਲੈ ਗਏ ਕਿਧਰੇ ਸ਼ਿਕਾਗੋ। ਉਹ 7 ਦਿਨ ਕਥਾ ਸੁਣਨ ਆਏ ਅਤੇ ਮੈਂ ਸ੍ਰੀ ਰਾਗ ਦੀ ਇਸ ਪੰਕਤੀ ਦਾ ਖੁਲਾਸਾ ਕਰ ਰਿਹਾ ਸੀ। ਦਿਨ ਰਵ ਚਲੇ ਨਿਸ ਸਸ ਚਲੇ, ਚੱਲ ਰਿਹਾ ਸੂਰਜ, ਚੱਲ ਰਿਹਾ ਚੰਦਰਮਾ, ਚੱਲ ਰਹੇ ਨੇ ਤਾਰੇ, ਚੱਲ ਰਹੀ ਹੈ ਜ਼ਮੀਨ, ਸਭ ਕੁਛ ਚੱਲ ਰਿਹਾ ਹੈ। ਤੋ ਚੱਲ ਰਿਹਾ ਤੇ ਕਿਧਰੇ ਪਹੁੰਚਣਾ ਹੋਵੇਗਾ। ਇਸ ਵਾਸਤੇ ਗੁਰਬਾਣੀ ਸੰਸਾਰ ਨੂੰ ਕਹਿੰਦੀ ਹੈ ਚੰਚਲ। ਚੰਚਲ ਦੇ ਅਰਥ ਨੇ ਚੱਲ ਚੱਲ, ਜੋ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ, ਚੰਚਲ। ਆਹ ਸਭ ਕੁਝ ਸੁਣ ਕੇ ਮੈਨੂੰ ਕਹਿਣ ਲੱਗੇ, ਮਸਕੀਨ ਜੀ ਟਾਈਮ ਕੱਢੋਗੇ, ਤੁਹਾਨੂੰ ਸਾਇੰਸ ਮਿਊਜ਼ੀਅਮ ਲੈ ਜਾਣਾ, ਇੱਕ ਖਾਸ ਚੀਜ਼ ਦਿਖਾਣੀ ਹੈ। ਮੈਂ ਕਿਹਾ ਕੀ ਦਿਖਾਣਾ ਹੈ? ਕਹਿਣਾ ਇਹ ਉੱਥੇ ਹੀ ਦੱਸਾਂਗੇ। ਦੂਜੇ ਦਿਨ ਦਾਸ ਨੇ ਉਹਨਾਂ ਨਾਲ ਸਮਾਂ ਬਣਾਇਆ, ਉਹ ਮੈਨੂੰ ਸਾਇੰਸ ਮਿਊਜ਼ੀਅਮ ਲੈ ਗਏ। ਇੱਕ ਬਹੁਤ ਵੱਡੇ ਗੋਲਨੁਮਾ ਗੁੰਬਦ ਹਾਲ ਦੇ 'ਚ ਲੈ ਗਏ, ਸੈਨੀਟੋਰੀਅਮ ਦੇ 'ਚ। ਉੱਥੇ ਫਿਰ ਅੰਧੇਰਾ ਹੋ ਗਿਆ ਅਤੇ ਮੈਨੂੰ ਕਹਿਣ ਲੱਗੇ, ਹੁਣ ਤੁਸੀਂ ਆਪਣੀ ਕਥਾ ਦੀ ਵਿਆਖਿਆ ਇੱਥੇ ਦੇਖ ਲਓ। ਤੁਸੀਂ ਜ਼ਬਾਨ ਨਾਲ ਕਹਿ ਕੇ ਸੁਣਾਈ ਹੈ ਨਾ, ਇੱਥੇ ਅੱਖਾਂ ਨਾਲ ਵੇਖ ਲਓ, ਹੂ ਬਹੂ ਹੋਈ। ਕਹਿੰਦੇ ਸਾਇੰਸ ਮੰਨਦੀ ਹੁਣ ਇਸ ਜੋ ਗੁਰੂ ਬਾਬੇ ਨੇ ਕਿਹਾ। ਕਹਿਣ ਲੱਗੇ ਪਾਦਰੀ ਮਿਸ਼ਨਰੀ ਮੁਖਾਲਫਤ ਜ਼ਰੂਰ ਕਰ ਰਹੇ ਨੇ। ਕਿਉਂ? ਇਹਦੇ 'ਚ ਬਾਰ-ਬਾਰ ਪੁਨਰ ਜਨਮ ਸਾਬਤ ਹੋ ਗਿਆ, ਬਾਰ-ਬਾਰ ਦਾ ਜਨਮ। ਉਹਨਾਂ ਨੇ 100 ਮਨੁੱਖਾਂ ਦੇ ਰੂਪ ਦਿਖਾਏ। ਪਹਿਲਾ ਮਨੁੱਖ ਇਸ ਤਰ੍ਹਾਂ ਦਾ ਸੀ, ਫਿਰ ਦੂਜਾ ਇੰਝ, ਤੀਜਾ ਇੰਝ, 100 ਦਿਖਾਏ ਨੇ। ਇਸ ਤੋਂ ਪਹਿਲੇ ਪਾਣੀ ਸੀ ਜੀਵ, ਸਿਲਸਿਲਾ ਪਾਣੀ ਤੋਂ ਚੱਲਿਆ। ਸਾਚੇ ਤੇ ਪਵਣਾ ਬਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਭ ਹੋਏ। ਮੈਨੂੰ ਕਹਿਣ ਲੱਗੇ ਤੁਸੀਂ ਜਿਹੜੀ ਕਥਾ ਜ਼ਬਾਨ ਨਾਲ ਸੁਣਾਈ ਹੈ, ਅੱਖਾਂ ਨਾਲ ਵੇਖ ਲਓ। ਸਾਇੰਸ ਮੰਨਦੀ ਇਸ ਨੂੰ। ਖੈਰ, ਮੈਂ ਤੁਹਾਡੇ ਸਾਹਮਣੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਰੱਖ ਰਿਹਾ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ, ਅਰਬਦ ਨਰਬਦ ਧੁੰਦੂਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਇਹ ਜ਼ਮੀਨ ਨਹੀਂ ਸੀ, ਆਸਮਾਨ ਨਹੀਂ ਸੀ, ਨਾ ਦਿਨ ਰੈਨ ਚੰਦ ਨਾ ਸੂਰਜ ਸੁੰਨੇ ਸੁਨ ਰਹਾਏ। ਸੂਰਜ ਨਹੀਂ ਸੀ, ਚੰਦਰਮਾ ਨਹੀਂ ਸੀ, ਦਿਨ ਨਹੀਂ ਸੀ, ਰਾਤ ਨਹੀਂ ਸੀ, ਬਸ ਧੁੰਦ ਹੀ ਧੁੰਦ ਸੀ। ਅਰਬਦ ਨਰਬਦ ਧੁੰਦ ਹੀ ਧੁੰਦ ਸੀ, ਧੁੰਦ ਹੀ ਧੁੰਦ। ਇਸੇ ਹੀ ਧੁੰਦ ਦੇ 'ਚ ਇੱਕ ਦਿਨ ਧਮਾਕਾ ਹੋਇਆ, ਆਵਾਜ਼ ਹੋਈ, ਸ਼ਬਦ ਹੋਇਆ, ਆਵਾਜ਼ ਹੋਈ ਬੜੀ ਜ਼ੋਰ ਦੀ। ਔਰ ਆਵਾਜ਼ ਇਸ ਤਰ੍ਹਾਂ ਜਿਵੇਂ ਘੜਿਆਲ ਵਜਾਈਦਾ ਅਤੇ ਧੁਨਾਕਾਰ ਆਵਾਜ਼ ਆਉਂਦੀ ਹੈ, ਇਹ ਆਵਾਜ਼ ਹੋਈ। ਚੂੰਕਿ ਉਹ ਆਵਾਜ਼ ਅੱਜ ਵੀ ਮੌਜੂਦ ਹੈ, ਇਸ ਵਾਸਤੇ ਸੰਤ ਜਨ ਆਵਾਜ਼ ਦਾ ਰੂਪ ਬਿਆਨ ਕਰਦੇ ਨੇ। ਸਾਇੰਟਿਸਟ ਲੋਕਾਂ ਨੇ ਜਿਹੜੀ ਆਵਾਜ਼ ਉੱਥੇ ਦਿਖਾਈ ਉਹ ਵੀ ਮੰਨਦੇ ਨੇ, ਪਰ ਉਹ ਇਸ ਤਰ੍ਹਾਂ ਉਹਨਾਂ ਨੇ ਦਿਖਾਈ ਜਿਵੇਂ ਇੱਕ ਤੋਪ ਦਾ, ਬਹੁਤ ਵੱਡੀ ਤੋਪ ਦਾ ਗੋਲਾ ਚੱਲੇ ਅਤੇ ਜੋ ਆਵਾਜ਼ ਆਉਂਦੀ ਹੈ ਉਹ ਦਿਖਾਈ ਅਤੇ ਧੁਨਾਕਾਰ, ਪਰ ਜਿਵੇਂ ਤੋਪ ਦਾ ਗੋਲਾ ਚੱਲਦਾ ਹੈ। ਪਰ ਕਬੀਰ, ਸਵਾਮੀ ਮਹਾਵੀਰ ਔਰ ਸਨਾਤਨੀ ਉਪਨਿਸ਼ਦਾਂ ਦੇ ਰਿਸ਼ੀ, ਫਿਰ ਕਲਯੁਗ ਦੇ ਅਵਤਾਰ ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਨਹੀਂ ਮੰਨਦੇ। ਆਵਾਜ਼ ਕੀ ਸੀ? ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਤੋਂ ਗੱਲ ਆਰੰਭ ਕਰਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਓਅੰਕਾਰ ਆਦ। ਆਦ ਕਹਿੰਦੇ ਨੇ ਪਹਿਲੇ ਤੋਂ ਪਹਿਲੇ, ਸ਼ੁਰੂਆਤ। ਓਅੰਕਾਰ ਆਦ ਕਥਨੀ ਅਨਾਦ। ਧੁਨ ਓਅੰਕਾਰ ਸੀ, ਇਹ ਆਦਿ ਹੈ, ਪਹਿਲਾ ਬੋਲ ਹੈ, ਇਹ ਪਹਿਲੀ ਆਵਾਜ਼ ਹੈ।
ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ। ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ। ਇਸ ਤੋਂ ਪਹਿਲੇ ਸ਼ਬਦ ਦੀ ਦੁਨੀਆ ਨਹੀਂ ਸੀ। ਫਿਰ ਸੁਣਨਾ, ਜਾਪ ਸਾਹਿਬ ਦੀਆਂ ਪੰਕਤੀਆਂ ਨੇ। ਓੰਕਾਰ ਆਦਿ ਕਥਨੀ ਅਨਾਦ। ਇਹ ਅਨਾਦਿ ਕਥਨੀ ਹੈ। ਆਹਤ ਤੇ ਅਨਾਹਤ ਦੇ ਵਿੱਚ ਫਰਕ ਹੈ। ਆਹਤ ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜਾ ਸ਼ਬਦ ਪੈਦਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਆਹਤ। ਅਨਾਹਤ ਜੋ ਚੋਟ ਤੋਂ ਨਹੀਂ ਪੈਦਾ ਹੋਇਆ। ਅਨਾਹਤ ਸ਼ਬਦ ਸਿੱਧਾ ਪਰਮਾਤਮਾ ਤੋਂ ਆਇਆ ਹੈ। ਪਰਮਾਤਮਾ ਤੋਂ ਆਇਆ। ਦੋ ਚੀਜ਼ਾਂ ਦੇ ਟਕਰਾਓ ਤੋਂ ਨਹੀਂ ਪੈਦਾ ਹੋਇਆ। ਔਰ ਚੂੰਕਿ ਪਰਮਾਤਮਾ ਤੋਂ ਆਇਆ ਹੈ, ਪਰਮਾਤਮਾ ਨਾਸਵੰਤ ਨਹੀਂ ਹੈ, ਤਾਂ ਉਹ ਸ਼ਬਦ ਵੀ ਨਾਸਵੰਤ ਨਹੀਂ। ਇਹ ਸ਼ਬਦ ਮੌਜੂਦ ਹੈ। ਇਹ ਵੀ ਮੈਂ ਅਰਜ਼ ਕਰਾਂ, ਬ੍ਰਹਿਮੰਡ ਦੇ ਵਿੱਚ ਮੌਜੂਦ ਹੈ। ਉਹਨੂੰ ਸਾਡਾ ਮਨ ਸੁਣ ਸਕਦਾ ਹੈ, ਪਰ ਮਨ ਕਦੋਂ ਸੁਣੇਗਾ? ਮਨ ਚੁੱਪ ਕਰੇ ਤਾਂ ਸੁਣੇਗਾ। ਅਤੇ ਮਨ ਬੋਲਦਾ, ਹਰ ਇੱਕ ਦਾ ਮਨ ਬੋਲਦਾ, ਚੁੱਪ ਤਾਂ ਕਰਦਾ ਹੀ ਨਹੀਂ। ਸਨਾਤਨ ਮਤ ਨੂੰ ਬਹੁਤ ਪੁਰਾਣੇ ਸਮੇਂ ਤੋਂ ਇਹ ਪਕੜਦੇ 'ਚ ਗੱਲ ਆਈ ਕਿ ਮਨ ਚੁੱਪ ਕਰੇਗਾ ਤਾਂ ਹੀ ਸੁਣਾਈ ਦੇਗਾ। ਤਾਂ ਉਹਨਾਂ ਨੇ ਇੱਕ ਸਾਧਨਾ ਆਰੰਭੀ, ਪਹਿਲੇ ਜ਼ਬਾਨ ਵੀ ਸਾਡੀ ਚੁੱਪ ਕਰੇ, ਮੌਨ ਰੱਖੀਏ, ਮਤਾਂ ਸ਼ਾਇਦ ਮਨ ਵੀ ਮੌਨੀ ਹੋ ਜਾਏ। ਇਹਦੇ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਚੁੱਪੇ ਚੁੱਪ ਨਾ ਹੋ ਬਈ, ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਚੁੱਪੇ ਚੁੱਪ ਨਾ ਹੋ ਬਈ, ਜੇ ਲਾਹਿਰਾਂ ਲਿਵਤਾਰ। ਜੇ ਇੱਕ ਲਿਵਤਾਰ ਮੌਨ ਲੰਬਾ ਵੀ ਰੱਖ ਲਈਏ ਸਾਰੀ ਜ਼ਿੰਦਗੀ ਦਾ, ਤਾਂ ਵੀ ਮਨ ਬੋਲਦਾ, ਮਨ ਨਹੀਂ ਚੁੱਪ ਕਰਦਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ ਹੈ। ਅਤੇ ਮਨ ਚੁੱਪ ਕਿਵੇਂ ਕਰੇ? ਮਹਾਰਾਜ ਕਹਿੰਦੇ ਨੇ ਇਹਦਾ ਬੋਲਣਾ ਤਾਂ ਰੁਕ ਸਕਦਾ ਹੈ ਜੇ ਕਿਧਰੇ ਸੁਣਨ ਲੱਗ ਪਵੇ। ਸੁਣੇਗਾ ਤਾਂ ਫਿਰ ਬੋਲੇਗਾ ਨਹੀਂ। ਦੋਵੇਂ ਕੰਮ ਇੱਕੋ ਹੀ ਸਮੇਂ ਮਨੁੱਖ ਨਹੀਂ ਕਰ ਸਕਦਾ, ਵੀ ਸੁਣ ਵੀ ਰਿਹਾ ਹੋਵੇ ਅਤੇ ਬੋਲ ਵੀ ਰਿਹਾ ਹੋਵੇ। ਸੁਣਨ ਲੱਗਿਆ ਚੁੱਪ ਕਰਨ ਲੱਗ ਪੈਂਦਾ, ਬੋਲਣ ਲੱਗਿਆ ਫਿਰ ਬੋਲਦਾ ਹੈ। ਇਹ ਚੁੱਪ ਕਰੇ ਅਤੇ ਉਹ ਸੁਣਾਈ ਦੇਵੇ। ਇਤਨਾ ਸਪਸ਼ਟ ਹੈ ਕਿ ਸਾਇੰਸ ਨੇ ਮੰਨ ਲਿਆ ਜਗਤ ਸ਼ਬਦ ਤੋਂ ਆਇਆ ਹੈ, ਆਵਾਜ਼ ਤੋਂ ਆਇਆ ਹੈ। ਹੁਣ ਮਹਾਰਾਜ ਕਹਿੰਦੇ ਨੇ ਉਤਪਤ ਪਰਲੇ ਸ਼ਬਦੇ ਹੋਵੇ। ਉਤਪਤੀ ਸ਼ਬਦ ਤੋਂ ਹੋਈ ਹੈ, ਵਾਪਸੀ ਵੀ ਸ਼ਬਦ ਤੋਂ ਹੋਵੇਗੀ। ਉਸ ਪ੍ਰਕਾਸ਼ ਰੂਪ ਪਰਮਾਤਮਾ ਤੋਂ ਸ਼ਬਦ ਹੋਇਆ। ਸ਼ਬਦ ਕੀ ਸੀ? ਓੰਕਾਰ ਆਦਿ ਕਥਨੀ ਅਨਾਦ। ਉਹ ਸ਼ਬਦ ਸੀ ਓੰਕਾਰ। ਗੁਰੂ ਗੋਬਿੰਦ ਸਿੰਘ ਜੀ, ਭਗਤ ਕਬੀਰ, ਉਹ ਕਹਿੰਦੇ ਨਾ ਓੰਕਾਰ ਆਦਿ ਮੈਂ ਜਾਣਾ, ਲਿਖਿਆ ਰਮੇਟੇ ਤਾਏ ਨ ਮਾਨਾ। ਸਿਰਫ ਲਿਖ ਦਈਏ ਓੰਕਾਰ ਤੇ ਮਿਟਾ ਦਈਏ, ਓੰਕਾਰ ਇਤਨਾ ਨਹੀਂ। ਕਬੀਰ ਕਹਿੰਦੇ ਨੇ ਬ੍ਰਹਿਮੰਡ ਦੀ ਆਵਾਜ਼ ਹੈ, ਪਰਮਾਤਮਾ ਦੀ ਆਵਾਜ਼ ਹੈ, ਬ੍ਰਹਿਮੰਡ ਦੇ ਵਿੱਚ ਗੂੰਜ ਰਹੀ ਹੈ। ਭਗਤ ਕਬੀਰ, ਉਹ ਤੇ ਅਨਾਦਿ ਹੈ, ਉਹ ਤੇ ਪਹਿਲਾ ਬੋਲ ਹੈ। ਜੈਨ ਧਰਮ ਦੇ ਬਾਨੀ ਸਵਾਮੀ ਮਹਾਵੀਰ, ਉਹ ਵੀ ਕਹਿੰਦੇ ਨੇ ਓੰਕਾਰ ਦੀ ਧੁਨ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ। 108 ਉਪਨਿਸ਼ਦਾਂ ਨੇ, ਗਾਲਬਨ 60 ਉਪਨਿਸ਼ਦਾਂ ਦੇ ਗਿਆਨੀ ਰਿਸ਼ੀ ਮੁਨੀ ਕਹਿੰਦੇ ਨੇ ਓੰਕਾਰ ਦੀ ਧੁਨ ਤੋਂ ਇਹ ਜਗਤ ਪੈਦਾ ਹੋਇਆ। ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਓੰਕਾਰ ਨਾਮਕ ਬਾਣੀ ਉਚਾਰਨ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ 'ਚ ਦਰਜ ਹੈ, ਇੱਕ ਪੂਰੀ ਬਾਣੀ ਦਾ ਨਾਂ ਹੀ ਓੰਕਾਰ ਹੈ, ਦੱਖਣੀ ਓੰਕਾਰ। ਦੱਖਣੀ ਤੋਂ ਮੁਰਾਦ ਆਰਾਮ ਕੱਲੀ ਦੱਖਣੀ। ਬਾਣੀ ਦਾ ਨਾਂ ਓੰਕਾਰ ਹੈ। ਜਿਵੇਂ ਪਹਿਲੀ ਬਾਣੀ ਦਾ ਨਾਮ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ। ਜਿਵੇਂ ਇੱਕ ਬਾਣੀ ਦਾ ਨਾਮ 12ਵਾਂ ਹੈ, ਸੁਖਮਨੀ ਸਾਹਿਬ ਹੈ, ਫੁਨੇ ਛੰਦ ਹੈ, ਸੰਸਕ੍ਰਿਤੀ ਸਲੋਕ ਹੈ, ਚੌ ਬੋਲੇ ਨੇ, ਭੱਟਾਂ ਦੇ ਸਵਈਏ ਨੇ। ਇਸ ਤਰ੍ਹਾਂ ਇੱਕ ਬਾਣੀ ਦਾ ਨਾਮ ਹੈ ਓੰਕਾਰ। ਇਹਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸਹਿਲ ਜੁਗ ਬਾਏ, ਓੰਕਾਰ ਵੇਦ ਨਿਰਵੈ। ਓੰਕਾਰ ਦੀ ਧੁਨ ਤੋਂ ਹੀ ਇਹ ਸਾਰਾ ਪਸਾਰਾ ਹੋਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਆਖਿਆ ਕਰਦੇ ਨੇ, ਇਹ ਬਾਣੀ ਕਿੱਥੇ ਉਚਾਰਨ ਕੀਤੀ? ਜਨਮ ਸਾਖੀ ਦੇ ਕਥਨ ਮੁਤਾਬਕ ਓੰਕਾਰ ਨਾਮ ਦੇ ਤੀਰਥ 'ਤੇ ਉਚਾਰਨ ਕੀਤੀ।
ਭਾਰਤ ਦੇ 'ਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਅੰਕਾਰ। ਇੰਦੌਰ ਤੋਂ 40 ਮੀਲ ਦੀ ਦੂਰੀ 'ਤੇ ਹਜ਼ੂਰ ਸਾਹਿਬ ਜਾਈਏ, ਰਸਤੇ 'ਚ ਪੈਂਦਾ। ਰੇਲਵੇ ਸਟੇਸ਼ਨ ਦਾ ਨਾਮ ਹੀ ਓਅੰਕਾਰ ਹੈ, ਸ਼ਹਿਰ ਦਾ ਨਾਮ ਹੀ ਓਅੰਕਾਰ ਹੈ। ਉੱਥੇ ਜੋ ਗਾਲਬਨ 4-4.5 ਸਾਲ ਪੁਰਾਣਾ ਮੰਦਰ ਹੈ, ਉਸ ਮੰਦਰ ਦਾ ਨਾਮ ਹੀ ਓਅੰਕਾਰ ਹੈ। ਮੰਦਰ ਤੋਂ ਸਿਰਫ 100 ਗਜ਼ ਦੀ ਦੂਰੀ 'ਤੇ ਗੁਰਦੁਆਰਾ ਹੈ, ਗੁਰਦੁਆਰੇ ਦਾ ਨਾਂ ਹੈ ਓਅੰਕਾਰ। ਮੰਦਰ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ। ਉਪਨਿਸ਼ਦਾਂ ਦੇ ਅੱਧੇ ਤੋਂ ਜ਼ਿਆਦਾ ਰਿਸ਼ੀਆਂ ਨੇ ਮੰਨਿਆ ਓਅੰਕਾਰ ਦੀ ਧੁਨ ਤੋਂ ਸਾਰਾ ਪਸਾਰਾ ਹੋਇਆ ਹੈ। ਹੁਣ ਮੈਂ ਆਪਦੀ ਗਿਆਤ ਲਈ ਅਰਜ਼ ਕਰਾਂ, ਇਸਲਾਮ ਅਤੇ ਈਸਾਈਅਤ ਵੀ ਉਤਪਤੀ ਤੇ ਸ਼ਬਦ ਤੋਂ ਹੀ ਬਣਦੇ ਨੇ, ਪਰ ਸ਼ਬਦ ਦੀ ਰੂਪ ਰੇਖਾ ਹੋਰ ਦੱਸਦੇ ਨੇ। ਇਸਲਾਮ ਕਹਿੰਦਾ ਉਹ ਸ਼ਬਦ ਕੁਨ ਹੈ, ਈਸਾਈਅਤ ਕਹਿੰਦੀ ਉਹ ਸ਼ਬਦ ਲੋਗੋਸ ਹੈ। ਲੇਕਿਨ 100 ਸਿਆਣੇ ਇੱਕੋ ਮਤ, ਇਹਨਾਂ ਸਾਰਿਆਂ ਦਾ ਕਹਿਣਾ ਉਤਪਤੀ ਸ਼ਬਦ ਤੋਂ ਹੋਈ ਹੈ। ਬਹੁ ਗਿਣਤੀ ਕਹਿ ਰਹੀ ਹੈ ਓਅੰਕਾਰ ਤੋਂ ਹੋਈ ਹੈ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਓਅੰਕਾਰ ਨਾਲ ਏਕਾ ਲਾਉਂਦੇ ਨੇ, ਇੱਕ ਓਅੰਕਾਰ, ਇਹੀ ਇੱਕ ਧੁਨ ਹੈ। ਕਿਹੜੀ? ਓਅੰਕਾਰ। ਇਸ ਤੋਂ ਹੀ ਉਤਪਤੀ ਹੋਈ ਹੈ। ਜੈਸੇ ਉਸ ਧੁੰਦ ਦੇ 'ਚ ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਕਿਹੜੀ? ਓਅੰਕਾਰ, ਧੁਨਾਕਾਰ। ਇਸੇ ਇੱਕ ਧੁਨ ਦੇ ਨਾਲ, ਧੁਨਾਕਾਰ ਆਵਾਜ਼ ਦੇ ਨਾਲ ਅਰਬਾਂ ਖਰਬਾਂ ਸੂਰਜ ਬਣ ਗਏ, ਪ੍ਰਗਟ ਹੋ ਗਏ। ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ। ਔਰ ਮੈਂ ਅਰਜ਼ ਕਰਾਂ, ਸਾਇੰਸ ਇਹੀ ਕੁਝ ਕਹਿ ਰਹੀ ਹੈ, ਇਹ ਜ਼ਮੀਨ ਸੂਰਜ ਦਾ ਟੁਕੜਾ ਪਤਾ ਨਹੀਂ ਕਿਤਨੇ ਮੁੱਦਤ ਤੱਕ ਇਹ ਅੱਗ ਦਾ ਗੋਲਾ ਰਹੀ। ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ, ਧੁੰਦ ਪਾਣੀ ਬਣ ਗਈ। ਉਹ ਜੋ ਧੁੰਦ ਸੀ ਉਹ ਪਾਣੀ ਬਣ ਗਈ। ਇਹ ਅੱਗ ਦਾ ਗੋਲਾ, ਇਹ ਜੋ ਜ਼ਮੀਨ ਦੇਖਦੇ ਹੋ, ਇਹ ਪਾਣੀ 'ਚ ਪਿਆ ਰਿਹਾ। ਮੁੱਦਤਾਂ ਬਾਅਦ ਇਸ ਦਾ ਜਿਹੜਾ ਭਾਗ ਠੰਡਾ ਹੋਇਆ, ਉਹ ਪੱਥਰ ਦੇ ਰੂਪ ਦੇ 'ਚ ਪ੍ਰਗਟ ਹੋਇਆ। ਤੋ ਆਕਾਰ ਰੂਪ ਦੇ 'ਚ, ਦ੍ਰਿਸ਼ਮਾਨ ਰੂਪ ਦੇ 'ਚ ਸੰਸਾਰ ਦਾ ਪਹਿਲਾ ਰੂਪ ਪੱਥਰ ਹੈ। ਹੁਣ ਮੈਂ ਇੰਜ ਕਰਾਂ, ਯਾਤਰਾ ਪੱਥਰ ਨੇ ਆਰੰਭ ਕਰਨੀ ਹੈ, ਪੱਥਰ ਨੇ ਪਰਮਾਤਮਾ ਤੱਕ ਪਹੁੰਚਣਾ ਹੈ। ਕਈ ਜਨਮ ਸੈਲ ਗਿਰ ਕਰਿਆ, ਗੁਰੂ ਰਾਮਦਾਸ ਜੀ ਮਨ। ਪਤਾ ਨਹੀਂ ਕਿਤਨੀ ਮੁੱਦਤ ਤੱਕ ਐ ਮਨੁੱਖ ਤੂੰ ਸਿਲਾ ਸੈਲ ਪੱਥਰ ਹੀ ਰਿਹਾ ਹੈ, ਪੱਥਰ। ਪੱਥਰ ਦਾ ਰੂਪ ਤੇ ਸੁਭਾਅ ਮੈਂ ਆਪ ਨੂੰ ਅਰਜ਼ ਕਰਾਂ। ਮਨੁੱਖ ਨੇ ਜਦ ਸ਼ੁਰੂ 'ਚ ਪੂਜਾ ਆਰੰਭ ਕੀਤੀ ਹੈ, ਪਹਿਲੇ ਪੱਥਰ ਦੀ ਕੀਤੀ ਹੈ। ਪੱਥਰਾਂ ਨੂੰ ਘੜਨ ਦੀ ਜਾਂਚ ਇਸ ਨੂੰ ਬਾਅਦ ਵਿੱਚ ਆਈ ਹੈ। ਵਿੰਗੇ ਟੇੜੇ ਪੱਥਰਾਂ ਦੀ ਵੀ ਪੂਜਾ ਕਰਦਾ ਰਿਹਾ। ਅਜੇ ਵੀ ਭਾਰਤ ਦੇ ਐਵੇਂ ਸਿੰਦੂਰ ਪਾ ਦੇਣਗੇ, ਪੱਥਰ ਨੂੰ ਮੱਥਾ ਟੇਕੀ ਜਾਣਗੇ। ਚਾਈਨਾ ਦੇ 'ਚ ਵੀ ਹੈ, ਬੌਧ ਵੀ ਐਸਾ ਕਰਦੇ ਨੇ ਅਜੇ ਵੀ। ਪੂਜਾ ਦੀ ਆਰੰਭਤਾ ਪਹਿਲੇ ਪੱਥਰ ਤੋਂ ਸ਼ੁਰੂ ਹੋਈ। ਕਾਰਨ ਸੰਸਾਰ ਦਾ ਆਕਾਰ ਰੂਪ ਦਾ ਪਹਿਲਾ ਜਿਹੜਾ ਰੂਪ ਹੈ ਉਹ ਪੱਥਰ ਹੈ, ਪੱਥਰ ਹੈ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ। ਪਰਮਾਤਮਾ ਦੀ ਰੱਜ ਕੇ ਕੋਈ ਉਪਮਾ ਕਰੇ, ਉਹ ਕੋਈ ਫੁੱਲ ਨਹੀਂ ਜਾਂਦਾ, ਅਤੇ ਰੱਜ ਕੋਈ ਨਿੰਦਾ ਕਰੇ ਤਾਂ ਡੇਰੀ ਨਹੀਂ ਡਾਂਦਾ, ਕੋਈ ਦੁੱਖ ਹੀ ਨਹੀਂ ਆਉਂਦਾ। ਸਾਰਾ ਦਿਨ ਕੋਈ ਪੱਥਰ ਦੀ ਪੂਜਾ ਕਰੇ ਤਾਂ ਪੱਥਰ ਫੁੱਲ ਨਹੀਂ ਜਾਂਦਾ, ਅਤੇ ਸਾਰਾ ਦਿਨ ਕੋਈ ਪੱਥਰ ਨੂੰ ਗਾਲਾਂ ਕੱਢੇ ਅਤੇ ਉਹ ਕੋਈ ਰੋਣ ਨਹੀਂ ਲੱਗ ਪੈਂਦਾ, ਦੁੱਖ ਹੀ ਨਹੀਂ ਹੁੰਦਾ। ਸੁਭਾਅ ਪੱਥਰ ਦਾ
ਪਰਮਾਤਮਾ ਵਾਲਾ ਹੈ। ਪਰਮਾਤਮਾ ਪੂਰੇ ਦਾ ਪੂਰਾ ਜਾਗਿਆ ਹੋਇਆ, ਸਤਿਗੁਰੂ ਜਾਗਤਾ ਹੈ ਦੇਵ। ਪੱਥਰ ਪੂਰੇ ਦਾ ਪੂਰਾ ਸੁੱਤਾ ਹੋਇਆ ਹੈ, ਟੋਟਲੀ ਸੁੱਤਾ ਹੋਇਆ। ਬਸ ਇੰਨੀ ਹੀ ਗੱਲ ਹੈ। ਸੁੱਤੇ ਹੋਏ ਨੇ ਜਾਗਣਾ ਹੈ, ਅਤੇ ਜਾਗਣਾ ਹੀ ਯਾਤਰਾ ਹੈ। ਜਾਗ ਲੈ ਮਨ ਜਾਗਨ ਹਾਰੇ। ਹੁਣ ਛੋਟਾ ਰੂਪ ਮੈਂ ਪਹਿਲੇ ਬਿਆਨ ਕਰਾਂ। ਪੱਥਰ ਦਾ ਪਹਿਲਾ ਰੂਪ ਜੋ ਬਣਿਆ, ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੋਇਆ ਹੈ। ਪਹਿਲਾ ਆਕਾਰ ਜੀਵਨ ਇੰਜ ਕਹਿ ਲਓ, ਜਿਹਦੇ 'ਚ ਕੋਈ ਥੋੜ੍ਹੀ ਜਿਹੀਆਂ ਜਾਗਰਤੀ ਆਈ, ਉਹ ਬਨਸਪਤੀ ਹੈ। ਸਾਡੇ ਨਾਲੋਂ ਪੁਰਾਣੀ ਹੈ, ਉਸ ਹਿਸਾਬ ਨਾਲ ਅਸੀਂ ਨਵੇਂ ਹਾਂ। ਬਨਸਪਤੀ ਬਹੁਤ ਪੁਰਾਣੀ ਹੈ। ਬਨਸਪਤੀ ਦੇ 'ਚ ਜਾਗਰਤੀ ਘੱਟ ਤੋਂ ਘੱਟ 2-3% ਹੋ ਗਈ, ਅਤੇ ਜਾਗੇ ਹੋਏ ਮਨੁੱਖ ਦੀਆਂ ਲੋੜਾਂ ਹੁੰਦੀਆਂ ਨੇ, ਸੁੱਤੇ ਹੋਏ ਦੀਆਂ ਨਹੀਂ, ਬੇਹੋਸ਼ ਦੀਆਂ ਨਹੀਂ, ਜਾਗੇ ਹੋਏ ਦੀਆਂ ਲੋੜਾਂ ਹੁੰਦੀਆਂ। ਤਾਂ ਜਦ ਜਾਗ ਪਈ ਤਾਂ ਬਨਸਪਤੀ ਨੂੰ ਪਿਆਸ ਵੀ ਲੱਗਦੀ ਹੈ। ਪੱਥਰ ਜਾਗ ਪਿਆ ਬਨਸਪਤੀ ਦੇ ਰੂਪ ਵਿੱਚ, ਪਿਆਸ ਵੀ ਲੱਗਦੀ ਹੈ। ਜਾਗੇ ਹੋਏ ਦੀ ਲੋੜਾਂ ਨੇ। ਜਾਗਿਆ ਹੋਇਆ ਦੁਖੀ ਵੀ ਆਉਂਦਾ, ਸੁਖੀ ਵੀ ਆਉਂਦਾ। ਬਨਸਪਤੀ ਖਿੜਦੀ ਵੀ ਹੈ, ਮੁਰਝਾਉਂਦੀ ਵੀ ਹੈ। ਇਹਨੂੰ ਪਿਆਸ ਵੀ ਲੱਗਦੀ ਹੈ। ਥੋੜ੍ਹੀ ਜਿਹੀਆਂ ਜਾਗੀ ਹੈ। ਇਸ ਵਾਸਤੇ ਦੀਆਂ ਥੋੜ੍ਹੀ ਜਿਹੀਆਂ ਸੀਮਤ ਜਿਹੀਆਂ ਲੋੜਾਂ ਨੇ, ਅਤੇ ਜੇ ਲੋੜਾਂ ਨਾ ਪੂਰੀਆਂ ਹੋਵਣ, ਬਨਸਪਤੀ ਮੁਰਝਾਉਂਦੀ ਹੈ, ਮਰਦੀ ਹੈ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਨਾ। ਕੁਮਲਾ ਜਾਂਦੀ ਹੈ, ਮੁਰਝਾ ਜਾਂਦੀ ਹੈ, ਮਰ ਜਾਂਦੀ ਹੈ। ਇਹਨੂੰ ਪਿਆਸ ਲੱਗਦੀ ਹੈ। ਭੁੱਖ ਨਹੀਂ ਲੱਗਦੀ, ਪਿਆਸ ਲੱਗਦੀ ਹੈ। ਸਿਰਫ ਪਾਣੀ ਚਾਹੀਦਾ ਹੈ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਪਸ਼ੂ ਪਕਸ਼ੀ ਕੀੜੇ ਮਕੌੜਿਆਂ ਦੇ ਰੂਪ ਵਿੱਚ ਪ੍ਰਗਟ ਹੋਈ। ਇਹ ਆਕਾਰ ਦਾ ਤੀਸਰਾ ਰੂਪ ਸੀ। ਪਹਿਲਾ ਪੱਥਰ, ਫਿਰ ਬਨਸਪਤੀ, ਫਿਰ ਪਸ਼ੂ। ਪਸ਼ੂਆਂ ਨੂੰ ਪਿਆਸ ਤਾਂ ਲੱਗਦੀ ਹੈ, ਪਰ ਭੁੱਖ ਵੀ ਲੱਗਦੀ ਹੈ। ਤਾਂ ਮੈਂ ਦੁਹਰਾਵਾਂ, ਨਿਰਾ ਪਾਣੀ ਪਿਲਾ ਕੇ ਗਊ ਨੂੰ ਨਹੀਂ ਜਿਵਾਇਆ ਜਾ ਸਕਦਾ, ਉਹਨੂੰ ਘਾਸ ਵੀ ਚਾਹੀਦੀ ਹੈ। ਨਿਰਾ ਪਾਣੀ ਪੀ ਕੇ ਸ਼ੇਰ ਨਹੀਂ ਜ਼ਿੰਦਾ ਰਹਿ ਸਕਦਾ, ਉਹਨੂੰ ਮਾਂਸ ਵੀ ਚਾਹੀਦਾ। ਭੁੱਖ ਜੋ ਲੱਗਦੀ ਹੈ, ਬੱਝੀ ਹੋਈ ਭੁੱਖ ਹੈ, ਪਸ਼ੂਆਂ ਦੀ ਪ੍ਰਕਿਰਤੀ ਨੇ ਬੰਨ੍ਹ ਕੇ ਰੱਖੀ ਹੋਈ ਹੈ। ਜਿਸ ਚੀਜ਼ ਦੀ ਭੁੱਖ ਹੈ ਉਹੀ ਚੀਜ਼ ਖਾ ਸਕਦੇ ਹਨ, ਦੂਸਰੇ ਨਹੀਂ। ਭੁੱਖੀ ਮਰ ਜਾਏਗੀ ਗਊ, ਮਾंस ਨਹੀਂ ਖਾਏਗੀ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਇੰਗਲੈਂਡ ਦੇ ਵਿੱਚ ਕਿਧਰੇ ਘਾਸ ਦੇ ਵਿੱਚ ਗਊਆਂ ਨੂੰ ਮਾंस ਖਿਲਾਇਆ ਗਿਆ। ਸ਼ਾਇਦ ਆਪ ਨੂੰ ਪਤਾ ਹੋਵੇਗਾ, ਗਊਆਂ ਪਾਗਲ ਹੋ ਗਈਆਂ। ਦੁੱਧ ਉਹ ਵੀ ਇਸ ਢੰਗ ਦਾ ਕਿ ਸਾਇੰਟਿਸਟ ਲੋਕਾਂ ਨੇ ਕਹਿ ਦਿੱਤਾ, ਅਗਰ ਮਨੁੱਖ ਪੀਏਗਾ ਤਾਂ ਪਾਗਲ ਹੋ ਜਾਏਗਾ। ਉਹ ਗਊਆਂ ਇੰਗਲੈਂਡ ਨੂੰ ਮਾਰਨੀਆਂ ਪਈਆਂ। ਕਹਿੰਦੇ ਨੇ ਕਰੋੜਾਂ ਪਾਉਂਡਾਂ ਦਾ ਉਹਨਾਂ ਨੂੰ ਘਾਟਾ ਪਿਆ ਸੀ। ਉਦੋਂ ਬੜਾ ਪੇਪਰਾਂ 'ਚ ਰੌਲਾ ਪਿਆ ਸੀ। ਸਾਰੀਆਂ ਦੀਆਂ ਸਾਰੀਆਂ ਪਾਗਲ ਕਿਉਂ ਹੋਈਆਂ? ਦਰਅਸਲ ਜੋ ਉਹਨਾਂ ਦੀ ਨੈਚੁਰਲ ਖੁਰਾਕ ਨਹੀਂ ਹੈ, ਉਹ ਖਿਲਾਈ ਗਈ। ਉਹ ਖਿਲਾਈ ਗਈ ਸਿਰਫ ਇਸ ਵਾਸਤੇ ਦੁੱਧ ਜ਼ਿਆਦਾ ਦੇਣਗੇ। ਉਹ ਦੁੱਧ ਤੇ ਜ਼ਿਆਦਾ ਆਇਆ, ਪਰ ਉਹ ਪਾਗਲ ਹੋ ਗਏ। ਆਪ ਦੀ ਗਿਆਤ ਲਈ ਅਰਜ਼ ਕਰਾਂ, ਪ੍ਰਕਿਰਤੀ ਨੇ ਉਹਨਾਂ ਦਾ ਭੋਜਨ ਬੰਨ੍ਹ ਕੇ ਰੱਖਿਆ ਹੋਇਆ। ਪਿਆਸ ਵੀ ਲੱਗਦੀ ਹੈ, ਭੁੱਖ ਵੀ ਲੱਗਦੀ ਹੈ। ਪਸ਼ੂਆਂ ਕੋਲ ਆਵਾਜ਼ ਵੀ ਆ ਗਈ, ਬਨਸਪਤੀ ਕੋਲ ਆਵਾਜ਼ ਨਹੀਂ ਸੀ। ਪੱਥਰ ਕੋਲ ਤੇ ਨਾ ਭੁੱਖ, ਨਾ ਪਿਆਸ, ਨਾ ਆਵਾਜ਼, ਕੁਛ ਵੀ ਨਹੀਂ। ਪੱਥਰ ਟੋਟਲੀ ਸੁੱਤਾ ਹੋਇਆ ਹੈ, ਟੋਟਲੀ ਸੁੱਤਾ ਹੋਇਆ। ਬਨਸਪਤੀ ਥੋੜ੍ਹੀ ਜਿਹੀਆਂ ਜਾਗੀ ਤੋਂ ਪਿਆਸ ਲੱਗਦੀ ਹੈ।
ਪਸ਼ੂ ਉਸ ਨਾਲੋਂ ਜ਼ਿਆਦਾ ਜਾਗਿਆ 7 8 ਬਲਕਿ ਕੁਛ ਕਹਿੰਦੇ ਨੇ 9 10ਵੀਂ ਸਦੀ ਤੱਕ ਵੀ ਕੁਝ ਪਸ਼ੂ ਜਾਗਦੇ ਨੇ, ਜੈਸੇ ਹਾਥੀ, ਘੋੜੇ, ਮੋਰ, ਹੰਸ, ਇਹ ਜ਼ਿਆਦਾ ਜਾਗੇ ਹੋਏ ਨੇ। ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ, ਔਰ ਕੁਝ ਪਰਿਵਾਰ ਦੀ ਵੀ ਇਹਨਾਂ ਨੂੰ ਸਮਝ ਆਉਂਦੀ ਹੈ, ਕੁਝ ਗੈਬੀ ਸ਼ਕਤੀ ਪਰਮਾਤਮਾ ਦੀ ਵੀ ਇਹਨਾਂ ਨੂੰ ਸਮਝ ਆ ਜਾਂਦੀ ਹੈ। ਇਹਨਾਂ ਪਸ਼ੂਆਂ ਬਾਰੇ ਐਸੀਆਂ ਗਾਥਾਵਾਂ ਨੇ, ਜੈਸੇ ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰ-ਬਾਰ ਆਪਣੀ ਬਾਣੀ 'ਚ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਹਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ, ਬੰਧਨ ਤੇ ਟੂਟਾ। ਗਜ ਹਾਥੀ ਨੂੰ ਕਹਿੰਦੇ ਨੇ। ਹਾਥੀ ਨੇ ਰਾਮ ਨੂੰ ਪੁਕਾਰਿਆ, ਪ੍ਰਭੂ ਨੂੰ ਪੁਕਾਰਿਆ, ਮੇਰੀ ਮਦਦ ਕਰ। ਇਹਦਾ ਮਤਲਬ ਗੈਬੀ ਸ਼ਕਤੀ ਦਾ ਹਾਥੀ ਨੂੰ ਬੋਧ ਸੀ। ਆਪ ਦੀ ਗਿਆਤ ਲਈ ਅਰਜ਼ ਕਰਾਂ, ਐਸਾ ਕਹਿੰਦੇ ਨੇ ਰਿਸ਼ੀ ਮੁਨੀ, ਹਾਥੀ, ਘੋੜਾ, ਗਊ, ਕੁਛ ਹੋਰ, ਮੋਰ, ਹੰਸ ਇਤਿਆਦਿਕ ਪੰਛੀ ਮਨੁੱਖ ਤੇ ਪਸ਼ੂ ਦੀ ਕੜੀ ਨੇ। ਉਹ ਮਰਨਗੇ ਤੇ ਮਨੁੱਖ ਬਣਨਗੇ। ਮੈਂ ਇਹ ਤੇ ਨਹੀਂ ਕਹਿ ਰਿਹਾ ਕਿ ਸਾਰੇ ਹਾਥੀ ਕੋਈ ਪ੍ਰਭੂ ਦਾ ਨਾਮ ਜਪਦੇ ਨੇ ਤੇ ਸਾਰੇ ਸਿਆਣੇ ਨੇ, ਸਾਰੇ ਤੇ ਮਨੁੱਖ ਵੀ ਨਹੀਂ ਜਪਦੇ, ਸਾਰੇ ਤੇ ਮਨੁੱਖ ਵੀ ਨਹੀਂ ਸਿਆਣੇ। ਬਥੇਰੇ ਤੇ ਮਨੁੱਖ ਮੂਰਖ ਹੁੰਦੇ ਨੇ, ਗੁਸਤਾਖੀ ਮਾਫ। ਲੇਕਿਨ ਹਾਥੀਆਂ ਦੀ ਸੰਭਾਵਨਾ ਹੈ ਸਿਆਣਪ ਆ ਜਾਣ ਦੀ। ਘੋੜੇ ਦੇ 'ਚ ਸੰਭਾਵਨਾ ਹੈ ਸਿਆਣਪ ਆ ਜਾਣ ਦੀ। ਮਾਲਵੇ ਦੀ ਧਰਤੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ 'ਤੇ ਸਵਾਰ, ਘੋੜਾ ਚੱਲਣ ਤੋਂ ਰੁਕ ਗਿਆ, ਨਹੀਂ ਚੱਲਦਾ। ਨਾਲ ਸਿੰਘ ਨੇ ਘੋੜਿਆਂ 'ਤੇ ਸਵਾਰ, ਪਰ ਇਹ ਘੋੜਾ ਚੱਲਦਾ ਹੀ ਨਹੀਂ। ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਮਹਾਰਾਜ ਬਾਰ-ਬਾਰ ਲਗਾਮ ਖਿੱਚਦੇ, ਨਹੀਂ ਚੱਲਦਾ। ਸਤਿਗੁਰ ਨੇ ਸੋਚਿਆ ਐਸਾ ਨਾ ਹੋਵੇ ਦੇ ਪੈਰ ਦੇ ਕੁਝ ਲੱਗ ਗਿਆ ਹੋਵੇ। ਆਪ ਥੱਲੇ ਉਤਰੇ, ਪਰ ਥੱਲੇ ਉਤਰਦਿਆਂ ਸਾਰ ਇੱਕਦਮ ਫਿਰ ਕਾਠੀ 'ਤੇ ਬੈਠ ਗਏ, ਪਲਾਕੀ ਮਾਰ ਕੇ, ਤੇ ਲਗਾਮ ਖਿੱਚੀ ਮੋੜਨ ਵਾਸਤੇ। ਘੋੜਾ ਮੁੜ ਗਿਆ ਤੇ ਚੱਲ ਪਿਆ। ਸਿੰਘ ਕਹਿੰਦੇ ਨੇ, ਮਹਾਰਾਜ ਇਹ ਇੱਕ ਪਹਿਲੀ ਤੇ ਲੰਘਣੀ ਸੀ, ਸਾਹਮਣੇ ਹਵੇਲੀ 'ਚ ਜਾਣਾ ਸੀ, ਇਹ ਤੇ ਬਹੁਤ ਬੱਲਾ ਪਏਗਾ। ਆ ਮੁੜ ਪਏ ਹੋ, ਇਹ ਤੇ ਬਿਲਕੁਲ ਨਾਲ। ਮਹਾਰਾਜ ਕਹਿਣ ਲੱਗੇ, ਮੁੜ ਕੇ ਹੀ ਜਾਣਾ ਪਏਗਾ, ਲੰਬਾ ਪੈਂਡਾ ਤੈਅ ਕਰਨਾ ਪਏਗਾ। ਕਾਰਨ ਸਤਿਗੁਰੂ ਕਹਿਣ ਲੱਗੇ, ਇਸ ਪਹਿਲੀ ਦੇ 'ਚ 2 ਸਾਲ ਪਹਿਲੇ ਤੰਬਾਕੂ ਬੀਜਿਆ ਗਿਆ ਸੀ, ਘੋੜਾ ਨਹੀਂ ਲੰਘਦਾ ਤਾਂ ਮੈਂ ਕੀ ਕਰਾਂ, ਨਹੀਂ ਜਾਂਦਾ। ਇਹ ਸੂਰਜ ਪ੍ਰਕਾਸ਼ ਦੀ ਕਥਾ ਹੈ। ਘੋੜੇ ਦੀ ਸੂੰਘਣ ਸ਼ਕਤੀ ਬੜੀ ਤਿੱਖੀ ਆਉਂਦੀ ਹੈ। ਭਾਵੇਂ 2 ਸਾਲ ਪਹਿਲੇ ਬੀਜਿਆ ਗਿਆ ਸੀ, ਪਰ ਧਰਤੀ ਦੇ 'ਚ ਅਜੇ ਵੀ ਉਸ ਦੀ ਮੁਸ਼ਕ ਹੈ ਸੀ। ਉਹ ਘੋੜੇ ਨੂੰ ਆਈ, ਨਹੀਂ ਚੱਲਦਾ। ਕੱਲ੍ਹ ਤੱਕ ਜੋ ਭਾਰਤ ਦੇ 'ਚ ਮਜ਼ਾਕ ਉਡਾਉਂਦੇ ਸਨ ਸਿੱਖ, ਤੰਬਾਕੂ ਨਹੀਂ ਪੀਂਦੇ, ਕੱਖ ਨਹੀਂ ਸਮਝ, ਅੱਜ ਏਅਰਪੋਰਟ ਦੇ ਉੱਤੇ ਲਿਖ ਰੱਖਿਆ, ਜਿਹੜਾ ਇੱਥੇ ਤੰਬਾਕੂ ਪੀਵੇਗਾ 1000 ਰੁਪਇਆ ਜੁਰਮਾਨਾ। ਮੈਂ ਕੌਣ ਕੰਬਖਤ, ਹੁਣ ਅਕਲ ਆਈ ਹੈ, ਹੁਣ ਅਕਲ ਆਈ ਹੈ ਤੁਹਾਨੂੰ, ਹੁਣ ਸਮਝ ਆਈ ਹੈ। ਸਤਿਗੁਰੂ ਦੇ ਘੋੜੇ ਨੂੰ ਵੀ ਸਮਝ ਹੈ। ਦੇਖੋ, ਧੂੰਆਂ ਤੇ ਧੂਮਰਪਾਨ ਇਸ ਨੂੰ ਕਹਿੰਦੇ ਨੇ। ਧੂਮਰਪਾਨ, ਧੂੰਏਂ ਨੂੰ ਕਹਿੰਦੇ ਧੂਮਰਪਾਨ, ਧੂੰਆਂ ਪੀਣਾ। ਧੂੰਆਂ ਤੇ ਕੁੱਤੇ ਵੀ ਨਹੀਂ ਪੀਂਦੇ, ਖੋਤੇ ਵੀ ਨਹੀਂ ਪੀਂਦੇ, ਸੂਅਰ ਵੀ ਨਹੀਂ ਪੀਂਦੇ, ਬੰਦਾ ਹੀ ਪੀਂਦਾ ਧੂੰਆਂ। ਹੱਦ ਹੋ ਗਈ, ਪਾਣੀ ਪੀਵੋ, ਦੁੱਧ ਪੀਓ, ਧੂੰਆਂ ਕੀ ਪੀਣਾ ਹੁੰਦਾ। ਪਰ ਇਹ ਮੂਰਖਤਾ ਸਿਰਫ ਮਨੁੱਖ ਕਰਦਾ ਹੈ, ਮਨੁੱਖ ਕਰਦਾ ਹੈ। ਘੋੜੇ ਨੂੰ ਵੀ ਨਫ਼ਰਤ ਹੈ ਤੰਬਾਕੂ ਤੋਂ। ਤਾਂ ਘੋੜੇ ਦੀ ਸੰਭਾਵਨਾ ਹੈ, ਉਹਦੀ ਅਕਲ ਕੰਮ ਕਰਦੀ ਹੈ, ਸਮਝਦਾ ਹੈ। ਮੈਂ ਫਿਰ ਅਰਜ਼ ਕਰਾਂ, ਮੈਂ ਇਹ ਨਹੀਂ ਕਹਿ ਰਿਹਾ ਸਾਰੇ ਘੋੜੇ ਅਕਲਮੰਦ ਆਉਂਦੇ ਨੇ, ਸਾਰੇ ਤੇ ਮਨੁੱਖ ਵੀ ਅਕਲਮੰਦ ਨਹੀਂ ਆਉਂਦੇ। ਪੀ ਰਹੇ ਨੇ ਤੰਬਾਕੂ, ਉੱਥੇ ਘੋੜੇ ਨੂੰ ਸਿਰਫ ਸਮੈਲ ਆਈਏ ਤੇ ਨਹੀਂ ਲੰਘਣਾ ਚਾਹੁੰਦਾ। ਲੇਕਿਨ ਜਿਹੜੇ ਮਨੁੱਖ ਪੀ ਰਹੇ ਨੇ ਉਹ ਤੇ ਗਏ ਗੁਜ਼ਰੇ ਹੋਏ ਨਾ, ਪਸ਼ੂਆਂ ਤੋਂ ਵੀ ਗਏ ਗੁਜ਼ਰੇ। ਹੋਰ ਕੀ ਨੇ। ਮੁਖਤਸਰ ਮੈਂ ਅਰਜ਼ ਕਰਾਂ, ਮੋਰ ਹੈ, ਹੰਸ ਹੈ, ਹਾਥੀ ਹੈ, ਘੋੜਾ ਹੈ,
ਗਊ ਹੈ। ਇਹਨਾਂ ਦੇ 'ਚ ਬਹੁਤ ਵੱਡੀ ਸੰਭਾਵਨਾ ਹੈ। ਇਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਔਰ ਪ੍ਰਭੂ ਚਿੰਤਨ ਵੀ ਕਰ ਲੈਂਦੇ ਨੇ ਥੋੜ੍ਹੇ ਜਿਹਾ। ਇਹ ਜਦ ਮਰਦੇ ਨੇ ਅਗਲਾ ਜਨਮ ਇਹਨਾਂ ਦਾ ਮਨੁੱਖ ਦਾ ਹੁੰਦਾ। ਮਨੁੱਖ ਤੇ ਪਸ਼ੂ ਦੀ ਇਹ ਕੜੀ ਮੰਨੀ ਗਈ ਹੈ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਪਸ਼ੂ ਦੀ ਸ਼ਕਲ ਵਿੱਚ ਪ੍ਰਗਟ ਹੋਈ ਅਤੇ ਪਸ਼ੂ ਕੋਲ ਪਿਆਸ ਤੇ ਸੀ, ਭੁੱਖ ਵੀ ਪੈਦਾ ਹੋਈ, ਆਵਾਜ਼ ਵੀ ਆ ਗਈ। ਆਵਾਜ਼ ਤੋਂ ਪਤਾ ਚੱਲਦਾ ਹੈ ਮੋਰ ਹੈ, ਇਹ ਕੋਇਲ ਹੈ, ਇਹ ਖੋਤਾ ਬੋਲਦਾ ਪਿਆ, ਇਹ ਗਊ ਬੋਲ ਰਹੀ ਹੈ, ਇਹ ਸੂਅਰ ਦੀ ਆਵਾਜ਼ ਹੈ, ਗਿੱਦੜ ਦੀ ਆਵਾਜ਼ ਹੈ, ਇਹ ਸ਼ੇਰ ਦੀ ਆਵਾਜ਼ ਤੋਂ ਪਸ਼ੂਆਂ ਦਾ ਪਤਾ ਚੱਲਦਾ ਹੈ। ਆਵਾਜ਼ ਕਰਕੇ ਪਹਿਚਾਣੇ ਜਾਂਦੇ ਨੇ ਔਰ ਪ੍ਰਭੂ ਨੇ ਹਰ ਪਸ਼ੂ ਨੂੰ ਅਲੱਗ-ਅਲੱਗ ਆਵਾਜ਼ ਦਿੱਤੀ ਹੈ, ਹਰ ਪੰਛੀ ਨੂੰ ਅਲੱਗ-ਅਲੱਗ ਆਵਾਜ਼ ਦਿੱਤੀ ਹੈ। ਇਸ ਵਾਸਤੇ ਆਵਾਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਇਹ ਕੋਇਲ ਦੀ ਆਵਾਜ਼ ਹੈ, ਇਹ ਮੈਨਾ ਬੋਲ ਰਹੀ ਹੈ, ਇਹ ਸ਼ੇਰ ਗਰਜਦਾ ਪਿਆ, ਇਹ ਹਾਥੀ ਬੋਲ ਰਿਹਾ ਹੈ, ਇਹ ਕੁੱਤਾ ਭੌਂਕ ਰਿਹਾ ਹੈ, ਇਹ ਗਿੱਦੜ ਪਿਆ ਬੋਲਦਾ ਹੈ। ਆਵਾਜ਼ ਤੋਂ ਪਤਾ ਚੱਲਦਾ ਹੈ, ਫੌਰਨ ਪਤਾ ਚੱਲਦਾ ਹੈ। ਆਵਾਜ਼ ਵੀ ਆ ਗਈ, ਭੁੱਖ ਤੇ ਪਿਆਸ ਵੀ ਆ ਗਿਆ, ਥੋੜ੍ਹਾ ਜਿਹਾ ਦੁੱਖ ਸੁੱਖ ਵੀ ਮਹਿਸੂਸ ਕਰਦੇ ਨੇ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਉਹਨੂੰ ਕਹਿੰਦੇ ਨੇ ਮਾਨਵ, ਮਨੁਸ਼, ਇਨਸਾਨ, ਮਨੁੱਖ। ਮਨੁੱਖ ਦੇ ਕੋਲ ਭੁੱਖ ਪਿਆਸ ਤੇ ਸੀ, ਆਵਾਜ਼ ਤੇ ਸੀ, ਲੇਕਿਨ ਇੱਕ ਵਾਧਾ ਹੋਇਆ, ਆਵਾਜ਼ ਦੇ ਨਾਲ ਨਾਲ ਅਲਫਾਜ਼ ਵੀ ਆ ਗਏ, ਅੱਖਰ ਵੀ ਆ ਗਏ। ਇਸ ਵਾਸਤੇ ਮਨੁੱਖ ਨੇ ਅੱਖਰਾਂ ਦੇ ਆਸਰੇ 'ਤੇ ਬੜੀ ਤਰੱਕੀ ਕੀਤੀ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ ਗੁਣ ਗਾ, ਅੱਖਰੀ ਲਿਖਣ, ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਸਾਰਾ ਵਿਕਾਸ ਮਨੁੱਖਤਾ ਦਾ ਅੱਖਰਾਂ 'ਤੇ ਖੜ੍ਹਾ ਹੈ। ਆਵਾਜ਼ ਹੈ ਪਸ਼ੂਆਂ ਕੋਲ, ਅਲਫਾਜ਼ ਕੋਈ ਨਹੀਂ, ਅੱਖਰ ਕੋਈ ਨਹੀਂ। ਅੱਖਰ ਅੰਦਰ ਤ੍ਰਿਭਵਨ ਧਾਰੇ, ਤਿੰਨ ਲੋਕਾਂ ਦਾ ਗਿਆਨ ਅੱਖਰਾਂ ਦੇ 'ਚ ਬਣਦਾ ਹੈ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ ਗੁਣ ਗਾ, ਅੱਖਰੀ ਲਿਖਣ, ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਅੱਖਰਾਂ ਦੀ ਮਹਿਮਾ ਬਿਆਨ ਕੀਤੀ ਗਈ ਹੈ ਕੁਛ ਬਾਣੀਆਂ ਦੇ 'ਚ। 52 ਅੱਖਰੀ, ਗੌੜੀ ਮੱਲਾ ਪੰਜਵਾਂ, 52 ਅੱਖਰੀ, ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਨੇ ਦੱਸੀ। ਗੌੜੀ ਸ੍ਰੀ ਕਬੀਰ ਜੀ 52 ਅੱਖਰੀ, ਇੱਕ ਇੱਕ ਅੱਖਰ ਦੀ ਮਹਿਮਾ ਭਗਤ ਕਬੀਰ ਦੱਸਦੇ ਨੇ। ਆਸਾ ਮੱਲਾ ਪਹਿਲਾ ਪੱਟੀ ਲਿਖੀ, ਇੱਕ ਇੱਕ ਅੱਖਰ ਦੀ ਮਹਿਮਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ। ਆਸਾ ਮੱਲਾ ਤੀਜਾ ਪੱਟੀ ਲਿਖੀ, ਇੱਕ ਇੱਕ ਅੱਖਰ ਦੀ ਮਹਿਮਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ। ਇਹ ਪ੍ਰਕਰਣ ਅਲੱਗ ਹੈ, ਕਿਸੇ ਵਕਤ ਸੰਜੋਗ ਬਣਿਆ, ਇੱਕ ਇੱਕ ਅੱਖਰ ਉਹਦੀ ਕਿੰਨੀ ਮਹਿਮਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਭਗਤ ਕਬੀਰ ਜਿਸ ਢੰਗ ਨਾਲ ਬਿਆਨ ਕਰਦੇ ਨੇ, ਬਾਕਮਾਲ ਹੈ, ਹੈਰਾਨ ਹੋ ਜਾਂਦਾ ਮਨੁੱਖ। ਇੰਨੀ ਬਾਰੀਕੀ ਬਿਆਨ ਕੀਤੀ ਹੈ। ਅੱਖਰ ਮਨੁੱਖ ਕੋਲ ਖੋ ਲਈਏ ਅਤੇ ਫਿਰ ਮਨੁੱਖ ਅਤੇ ਪਸ਼ੂਆਂ ਦਾ ਕੋਈ ਫਰਕ ਨਹੀਂ ਹੈ। ਜਿਵੇਂ ਪਸ਼ੂਆਂ ਦਾ ਸਾਰਾ ਵਿਕਾਸ ਰੁਕਿਆ ਹੋਇਆ ਹੈ, ਅੱਖਰ ਕੋਈ ਨਹੀਂ। ਆਵਾਜ਼ ਹੈ, ਅਲਫਾਜ਼ ਨਹੀਂ ਨੇ। ਮਨੁੱਖ ਕੋਲ ਭਾਸ਼ਾ ਹੈ, ਅੱਖਰ ਨੇ। ਪਸ਼ੂ ਆਪਣਾ ਜਜ਼ਬਾ ਵੱਧ ਤੋਂ ਵੱਧ ਆਵਾਜ਼ ਦੇ ਵਿੱਚ ਪ੍ਰਗਟ ਕਰਦਾ ਹੈ, ਪਰ ਸਮਝ ਨਹੀਂ ਆਉਂਦੀ ਉਸਦੀ ਆਵਾਜ਼ ਤੋਂ। ਲੇਕਿਨ ਮਨੁੱਖ ਆਪਣੇ ਜਜ਼ਬਾਤ ਆਵਾਜ਼ ਨੂੰ ਅਲਫਾਜ਼ ਦੇ ਦਿੰਦਾ ਹੈ ਤਾਂ ਪਤਾ ਚੱਲਦਾ ਹੈ। ਇਹ ਆਪਣਾ ਦੁੱਖ ਪ੍ਰਗਟ ਕਰਦਾ ਹੈ, ਸੁੱਖ ਪ੍ਰਗਟ ਕਰ ਸਕਦਾ ਹੈ, ਸੰਜੋਗ ਪ੍ਰਗਟ ਕਰ ਸਕਦਾ ਹੈ, ਵਿਜੋਗ ਪ੍ਰਗਟ ਕਰ ਸਕਦਾ ਹੈ, ਬਹੁਤ ਕੁਝ ਪ੍ਰਗਟ ਕਰ ਸਕਦਾ ਹੈ, ਬਹੁਤ ਕੁਝ ਦੱਸ ਸਕਦਾ ਹੈ, ਕਿਉਂਕਿ ਇਹਦੇ ਕੋਲ ਆਵਾਜ਼ ਦੇ ਨਾਲ ਨਾਲ ਅਲਫਾਜ਼ ਨੇ। ਕਹਿੰਦੇ ਨੇ ਮਨੁੱਖ ਜੋ ਚੋਟੀ ਦੇ ਸਿਆਣੇ ਨੇ, ਇਹ 14-15% ਜਾਗੇ ਹੋਏ ਨੇ, ਯਾਨੀ 85% ਮਨੁੱਖ ਦਾ ਮਨ ਸੁੱਤਾ ਪਿਆ, ਸੁੱਤਾ ਪਿਆ।
ਪਸ਼ੂਆਂ ਨਾਲੋਂ ਅੱਗੇ ਹੈ, ਕਿਉਂਕਿ ਪਸ਼ੂਆਂ ਨਾਲੋਂ ਜ਼ਿਆਦਾ ਜਾਗਿਆ ਹੋਇਆ ਹੈ। ਤੋ ਜ਼ਿਆਦਾ ਜਾਗਿਆ ਹੈ ਤੇ ਜ਼ਿਆਦਾ ਸਮਝ ਹੈ। ਪਸ਼ੂ ਨੂੰ ਇਤਨੀ ਸਮਝ ਨਹੀਂ ਹੈ, ਜਾਗਣ 'ਤੇ ਹੀ ਸਮਝ ਪੈਂਦੀ ਹੈ। ਮਨੁੱਖ ਜ਼ਿਆਦਾ ਜਾਗਿਆ ਹੋਇਆ ਹੈ, ਪਰ ਇਹ ਜਾਗਿਆ ਹੈ ਧਨ ਦੇ ਪ੍ਰਤੀ, ਧਰਮ ਦੇ ਪ੍ਰਤੀ ਨਹੀਂ। ਇਹ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ, ਪਰਮਾਤਮਾ ਦੇ ਪ੍ਰਤੀ ਨਹੀਂ। ਇਹ ਜਾਗਿਆ ਹੈ ਪਰਿਵਾਰ ਦੇ ਪ੍ਰਤੀ, ਨਿਰੰਕਾਰ ਦੇ ਪ੍ਰਤੀ ਨਹੀਂ। ਪਸ਼ੂ ਨੂੰ ਪਰਿਵਾਰ ਦੀ ਸਮਝ ਵੀ ਨਹੀਂ, ਪਦਾਰਥਾਂ ਦੀ ਵੀ ਸਮਝ ਨਹੀਂ, ਮਨੁੱਖ ਨੂੰ ਸਮਝ ਹੈ। ਇਹ ਸੋਨਾ ਹੈ, ਚਾਂਦੀ ਹੈ, ਹੀਰਾ ਹੈ, ਮੋਤੀ ਹੈ, ਮਨੁੱਖ ਨੂੰ ਸਮਝ ਹੈ, ਪਸ਼ੂ ਨੂੰ ਨਹੀਂ ਹੈ। ਇਹ ਮਾਂ ਹੈ, ਭੈਣ ਹੈ, ਨਾਨੀ ਹੈ, ਮਾਸੀ ਹੈ, ਇਹ ਦਾਦੀ ਹੈ, ਇਹ ਦਾਦਾ ਹੈ, ਚਾਚਾ ਹੈ, ਤਾਇਆ ਹੈ, ਮਨੁੱਖ ਨੂੰ ਸਮਝ ਹੈ, ਪਸ਼ੂ ਨੂੰ ਸਮਝ ਨਹੀਂ ਹੈ। ਜ਼ਿਆਦਾ ਜਾਣਦਾ ਹੈ, ਪਸ਼ੂ ਇਤਨਾ ਨਹੀਂ ਜਾਣਦਾ, ਕਿਉਂਕਿ ਜ਼ਿਆਦਾ ਜਾਗਿਆ ਹੈ। ਭਾਵੇਂ ਜ਼ਿਆਦਾ ਜਾਗਿਆ ਹੈ, ਪਰ ਪੂਰਾ ਜਾਗਿਆ ਨਹੀਂ ਹੈ। ਅਤੇ ਜਾਗੇ ਹੋਏ ਦੀਆਂ ਲੋੜਾਂ ਹੁੰਦੀਆਂ ਨੇ, ਸੁੱਤੇ ਦੀਆਂ ਲੋੜਾਂ ਨਹੀਂ। ਹੁਣ ਮੈਂ ਅਰਜ਼ ਕਰਾਂ, ਚੂੰਕਿ ਪੱਥਰ ਟੋਟਲੀ ਸੁੱਤਾ ਹੋਇਆ, ਕੋਈ ਲੋੜ ਨਹੀਂ। ਬਨਸਪਤੀ ਥੋੜ੍ਹੀ ਜਿਹਾ ਜਾਗ ਗਈ ਹੈ ਤਾਂ ਲੋੜ ਹੈ, ਪਾਣੀ ਚਾਹੀਦਾ ਹੈ। ਪਸ਼ੂ ਉਸ ਨਾਲੋਂ ਜ਼ਿਆਦਾ ਜਾਗ ਗਿਆ ਹੈ, ਤਾਂ ਨਿਰੀ ਪਿਆਸ ਵੀ ਨਹੀਂ ਹੈ, ਭੁੱਖ ਵੀ ਹੈ, ਆਵਾਜ਼ ਵੀ ਹੈ, ਜ਼ਿਆਦਾ ਜਾਗ ਗਿਆ। ਮਨੁੱਖ ਦਾ ਮਨ ਵਿਕਸਿਤ ਹੋਇਆ ਹੈ ਸਰੀਰਕ ਲੋੜਾਂ ਦੇ ਨਾਲ ਨਾਲ, ਇਹਦੇ ਮਨ ਦੀਆਂ ਲੋੜਾਂ ਵੀ, ਇਹ ਭੁੱਖ ਵੀ ਪੈਦਾ ਹੋ ਗਈ। ਵਿਕਸਿਤ ਮਨ ਪਸ਼ੂ ਕੋਲ ਨਹੀਂ ਹੈ। ਇਸ ਵਾਸਤੇ ਪਸ਼ੂ ਨੂੰ ਮਨੋਰੰਜਨ ਦੇ ਸਾਧਨ ਨਹੀਂ ਚਾਹੀਦੇ। ਪਸ਼ੂ ਬੋਰ ਵੀ ਨਹੀਂ ਆਉਂਦਾ, ਪਸ਼ੂ ਬੇਚੈਨ ਵੀ ਨਹੀਂ ਆਉਂਦਾ। ਬੇਚੈਨ ਹੋਣ ਵਾਸਤੇ ਮਨ ਚਾਹੀਦਾ, ਜਾਗਰਤੀ ਚਾਹੀਦੀ ਹੈ। ਉਹ ਇਤਨਾ ਨਹੀਂ ਜਾਗਿਆ। ਪਸ਼ੂ ਮਾਨਸਿਕ ਤਲ 'ਤੇ ਦੁਖੀ ਵੀ ਨਹੀਂ ਆਉਂਦਾ। ਇਸ ਵਾਸਤੇ ਉਹਨੂੰ ਕੋਈ ਮਨੋਰੰਜਨ ਨਹੀਂ ਚਾਹੀਦਾ, ਰੰਗ ਤਮਾਸ਼ੇ ਨਹੀਂ ਚਾਹੀਦੇ, ਉਹਨੂੰ ਖੇਲ ਖਿਡੌਣੇ ਨਹੀਂ ਚਾਹੀਦੇ। ਜਾਗਿਆ ਹੀ ਨਹੀਂ ਇਤਨਾ। ਮਨੁੱਖ ਦਾ ਮਨ ਜ਼ਿਆਦਾ ਜਾਗਿਆ। ਔਰ ਚੋਟੀ ਦੇ ਜੋ ਸਿਆਣੇ ਮਨੁੱਖ, ਦਾਰਸ਼ਨਿਕ, ਚਿੰਤਕ, ਅਜ਼ੀਮ, ਸ਼ਾਇਰ, ਕਵੀ, ਇਹ ਆਮ ਮਨੁੱਖਾਂ ਨਾਲੋਂ ਜ਼ਿਆਦਾ ਜਾਗੇ ਹੁੰਦੇ ਨੇ। ਅਤੇ ਧਿਆਨ ਨਾਲ ਸੁਣਨਾ, ਆਮ ਮਨੁੱਖਾਂ ਨਾਲੋਂ ਜ਼ਿਆਦਾ ਬੇਚੈਨ ਹੁੰਦੇ, ਜ਼ਿਆਦਾ ਪਰੇਸ਼ਾਨ ਹੁੰਦੇ। ਜ਼ਿਆਦਾ ਬੇਚੈਨੀ, ਜ਼ਿਆਦਾ ਪਰੇਸ਼ਾਨੀ, ਇਸ ਗੱਲ ਦਾ ਸਬੂਤ ਹੈ ਮਨ ਜ਼ਿਆਦਾ ਜਾਗਿਆ। ਕਿਧਰੇ ਵੀ ਨਹੀਂ ਲੱਗਦਾ, ਕਿਧਰੇ ਵੀ ਨਹੀਂ ਲੱਗਦਾ, ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਕਿਤਨਾ ਧਨ ਕਮਾ ਲਵੇ, ਨਹੀਂ ਟਿਕਦਾ। ਨਾ ਰੂਪ ਦੇ ਟਿਕਦਾ, ਨਾ ਰੰਗ ਦੇ ਟਿਕਦਾ, ਨਾ ਪਰਿਵਾਰ ਦੇ ਟਿਕਦਾ, ਨਾ ਸੰਸਾਰ ਦੇ ਟਿਕਦਾ, ਨਾ ਰੰਗ ਤਮਾਸ਼ਿਆਂ ਟਿਕਦਾ। ਔਰ ਮਨੁੱਖ ਹੈਰਾਨ ਹੋ ਜਾਂਦਾ, ਕਿਉਂ ਨਹੀਂ ਟਿਕਦਾ? ਤਾਂ ਗੁਰਬਾਣੀ ਜਵਾਬ ਦਿੰਦੀ ਹੈ, ਇਹ ਟਿਕੇਗਾ ਉਦੋਂ ਜਦ ਘਰ ਪਹੁੰਚੇਗਾ। ਰਸਤੇ ਦੇ 'ਚ ਪੜਾਓ ਨੇ, ਇਹ ਨਹੀਂ ਟਿਕ ਸਕਦਾ। ਪੜਾਓ ਵਕਤੀ ਤੌਰ 'ਤੇ ਥੋੜ੍ਹਾ ਜਿਹਾ ਵਿਸ਼ਰਾਮ, ਸਭ ਪੜਾਓ ਨੇ। ਪਰਿਵਾਰ ਮਿਲ ਗਿਆ, ਪਦਾਰਥ ਮਿਲ ਗਏ ਨੇ, ਧਨ ਸੰਪਦਾ ਮਿਲ ਗਈ, ਸਭ ਪੜਾਓ ਨੇ। ਘਰ ਨਹੀਂ ਹੈ, ਘਰ ਨਹੀਂ ਹੈ। ਪੜਾਓ ਦੇ 'ਤੇ ਥੋੜ੍ਹਾ ਜਿਹਾ ਵਿਸ਼ਰਾਮ ਹੋ ਸਕਦਾ, ਟਿਕਾਣਾ ਨਹੀਂ ਹੋ ਸਕਦਾ। ਤੋ ਘਰ ਕਿਹੜਾ ਹੈ? ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਮੁਕਾਮ ਉਹੀ ਏਕ ਹੈ, ਸਾਰਿਆਂ ਦਾ ਘਰ ਉਹ ਇੱਕ ਪਰਮਾਤਮਾ ਹੈ, ਉਹੀ ਘਰ ਹੈ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਮਹਾਰਾਜ ਕਹਿੰਦੇ ਨੇ, ਮੈਂ ਸੱਚ ਕਹਿ ਰਿਹਾ, ਸਾਰਿਆਂ ਦਾ ਘਰ ਪਰਮਾਤਮਾ ਹੈ। ਜਿਤਨੇ ਚਿਰ ਤੱਕ ਮਨ ਪਰਮਾਤਮਾ ਤੱਕ ਨਹੀਂ ਪਹੁੰਚਦਾ, ਇਹ ਬੇਚੈਨ ਰਹੇਗਾ, ਪਰੇਸ਼ਾਨ ਰਹੇਗਾ, ਦੁਖੀ ਰਹੇਗਾ, ਸੰਤਾਪਗ੍ਰਸਤ ਰਹੇਗਾ, ਰੋਗੀ ਰਹੇਗਾ, ਸੋਗੀ ਰਹੇਗਾ, ਨਹੀਂ ਮਿਟੇਗਾ। ਜਿੰਨੇ ਚਿਰ ਤੱਕ ਇਹ ਘਰ ਦੇ 'ਚ ਨਹੀਂ ਪਹੁੰਚਦਾ। ਤਾਂ ਗੁਰਬਾਣੀ ਆਵਾਜ਼ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਦੋ ਲਫ਼ਜ਼ ਸੁਣ ਲੈਣਾ, ਮੈਂ ਸਮਾਪਤ ਕਰਾਂ। ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਯਾਤਰਾ ਸਫਲ 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 ਭਈ ਸਫਲ ਯਾਤਰਾ। ਆਵਣ ਜਾਣ ਰਹੇ ਮਿਲੇ ਸਾਦਾ। ਤਨ ਕਬਰ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ, ਯਾਤਰਾ ਸਫਲ। ਪਰ ਹਰ ਜਨਮ ਦੇ 'ਚ ਕੀ ਹੁੰਦਾ ਹੈ? ਤਨ ਤੇ ਸ਼ਮਸ਼ਾਨ ਤੱਕ ਪਹੁੰਚ ਜਾਂਦਾ ਹੈ, ਮਨ ਭਗਵਾਨ ਤੱਕ ਨਹੀਂ ਪਹੁੰਚਦਾ, ਯਾਤਰਾ ਅਧੂਰੀ ਰਹਿ ਜਾਂਦੀ ਹੈ। ਮਨੁੱਖ ਅਧੂਰਾ ਜੰਮਦਾ ਹੈ, ਅਧੂਰਾ ਜੀਵਦਾ ਹੈ, ਫਿਰ ਅਧੂਰਾ ਮਰ ਜਾਂਦਾ ਹੈ। ਇਹ ਗੱਲ ਵੱਖਰੀ, ਅਗਲੇ ਮੋਹਰ ਲਾ ਦਿੰਦੇ ਨੇ, ਫਲਾਣਾ ਪੂਰਾ ਹੋ ਗਿਆ, ਪੂਰਾ ਹੋ ਗਿਆ। ਖਾਕ ਪੂਰਾ ਹੋਇਆ? ਨਹੀਂ ਪੂਰਾ ਹੋਇਆ।
ਮਰਿਆ ਹੈ, ਅੱਗੋਂ ਫਿਰ ਜਨਮ ਲਏਗਾ, ਕੋਈ ਪੂਰਾ ਨਹੀਂ ਹੋਇਆ। ਪੂਰਾ ਤੇ ਤਾਂ ਹੁੰਦਾ ਕਿ ਤਨ ਸ਼ਮਸ਼ਾਨ ਤੱਕ ਪਹੁੰਚਿਆ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਪੂਰਾ ਹੋ ਗਿਆ। ਤੇ ਤੁਸੀਂ ਆਖੋਗੇ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ, ਪੂਰੇ ਹੋਣ ਦਾ ਵਸੀਲਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਪੂਰਾ ਹੁੰਦਾ, ਉਸ ਤੋਂ ਪਹਿਲੇ ਨਹੀਂ ਆਉਂਦਾ। ਮਰ ਕੇ ਕੋਈ ਪੂਰਾ ਨਹੀਂ ਆਉਂਦਾ। ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਦ ਪੂਰੇ ਦੇ ਗੁਣ ਮਿਲ ਜਾਂਦੇ ਨੇ, ਮਨੁੱਖ ਦਾ ਮਨ ਪੂਰਾ ਹੋ ਜਾਂਦਾ ਹੈ। ਮਨ ਪੂਰਾ ਹੋ ਗਿਆ, ਅਜੇ ਤਨ ਤੇ ਸ਼ਮਸ਼ਾਨ ਤੱਕ ਨਹੀਂ ਪਹੁੰਚਿਆ, ਮਨ ਭਗਵਾਨ ਤੱਕ ਪਹੁੰਚ ਗਿਆ, ਇਹਨੂੰ ਕਹਿੰਦੇ ਨੇ ਜੀਵਨ ਮੁਕਤ। ਇਹ ਤੇ ਜੀਵਨ ਮੁਕਤ ਹੋ ਗਿਆ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ। ਧਿਆਨ ਨਾਲ ਸੁਣਨਾ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਮੁਕਤ ਨਹੀਂ ਆਉਂਦਾ। ਜੀਵਦਿਆਂ ਜੇ ਜਿੱਦਾਂ ਮਨ ਪਰਮਾਤਮਾ ਤੱਕ ਨਹੀਂ ਪਹੁੰਚਿਆ, ਮਰ ਕੇ ਕਿਸ ਤਰ੍ਹਾਂ ਪਹੁੰਚੇਗਾ? ਮਰ ਕੇ ਅਗਲਾ ਜਨਮ ਫਿਰ ਮਿਲੇਗਾ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਜਿਹੋ ਜਿਹੀਆਂ ਦੀ ਵਾਸ਼ਨਾ ਦੇ 'ਚ ਮਨ ਰਿਹਾ, ਇਹਨੂੰ ਫਿਰ ਚੋਲਾ ਮਿਲ ਜਾਏਗਾ, ਇਹਨੂੰ ਫਿਰ ਸਰੀਰ ਮਿਲ ਜਾਏਗਾ। ਫਿਰ ਯਾਤਰਾ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲਮੇ। ਇਹ ਮਰਿਆ ਹੈ, ਪੂਰਾ ਨਹੀਂ ਹੋਇਆ। ਪੂਰਾ ਹੋਣਾ ਕੀ ਹੁੰਦਾ ਹੈ? ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਪੂਰਾ ਹੈ। ਤਨ ਕਬਰ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ। ਤਨ ਦਾ ਘਰ ਕਬਰ ਹੈ। ਬਾਬਾ ਫਰੀਦ ਕਹਿ ਰਹੇ ਨੇ, ਗੋਰ ਨਿਮਾਣੀ ਛੱਡ ਕਰੇ ਨਿਗਰਿਆ ਘਰ ਆਓ। ਐ ਨਿਥਾਵਿਆਂ ਸਰੀਰ ਆਪਣੇ ਘਰ ਆ, ਤੇਰਾ ਘਰ ਗੋਰ ਹੈ, ਕਬਰ ਹੈ। ਗੋਰ ਨਿਮਾਣੀ ਛੱਡ ਕਰੇ ਨਿਗਰਿਆ ਘਰ ਆਓ, ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰਿਆ। ਕਿਉਂ ਮਰਨ ਤੋਂ ਡਰਦਾ ਹੈ ਤਨ? ਤੇਰਾ ਘਰ ਕਬਰ ਹੀ, ਹੋਰ ਕੋਈ ਨਹੀਂ। ਤੇਰਾ ਘਰ ਸ਼ਮਸ਼ਾਨ ਘਾਟ ਹੈ, ਹੋਰ ਕੋਈ ਵੀ ਨਹੀਂ। ਲੇਕਿਨ ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚੇ। ਤਨ ਕਬਰ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚੇ। ਉਸ ਨੂੰ ਕਹਿੰਦੇ ਨੇ ਜੀਵਨ ਮੁਕਤ। ਔਰ ਜੋ ਜੀਵਨ ਮੁਕਤ ਨਹੀਂ ਹੋਇਆ, ਉਹ ਮਰ ਕੇ ਮੁਕਤ ਨਹੀਂ ਆਉਂਦਾ। ਔਰ ਜੋ ਜੀਵਨ ਮੁਕਤ ਹੋ ਗਿਆ, ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮਿਲੇ ਸਦਾ। ਤਾਂ ਹੁਣ ਜੀਵਨ ਮੁਕਤ ਕਿਵੇਂ ਹੋਈ ਹੈ? ਜਿਤ ਦੁਆਰੇ ਉਬਰੇ ਤਿੱਥੇ ਲਿਓ ਬਾਰ। ਜਿਸ ਦਰਵਾਜ਼ੇ ਤੋਂ ਸਾਡਾ ਆਣਾ ਹੋਇਆ, ਜਿਸ ਦਰ ਤੋਂ, ਪ੍ਰਕਾਸ਼ ਘਰ ਹੈ, ਸ਼ਬਦ ਦਰ ਹੈ। ਸ਼ਬਦ ਤੋਂ ਹੀ ਸਾਰਾ ਸੰਸਾਰ ਆਇਆ, ਸਾਰਾ ਖੁਲਾਸਾ ਆਪ ਸਰਵਨ ਕਰ ਚੁੱਕੇ ਹੋ। ਇਸ ਵਾਸਤੇ ਅੱਧਾ ਮਿੰਟ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ। ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਈ ਵੇਦ। ਇੱਕੋ ਨੇ ਦਰ ਤੇ ਘਰ। ਦਰ ਦਰਵਾਜ਼ਾ ਘਰ ਤੋਂ ਅਲੱਗ ਨਹੀਂ ਆਉਂਦਾ, ਪਰ ਦਰਵਾਜ਼ਾ ਆਉਣ ਜਾਣ ਵਾਸਤੇ ਆਉਂਦਾ ਹੈ, ਬੈਠਣ ਵਾਸਤੇ ਨਹੀਂ ਆਉਂਦਾ। ਦਰਵਾਜ਼ਾ ਬੈਠਣ ਵਾਸਤੇ ਨਹੀਂ ਆਉਂਦਾ। ਅਸੀਂ ਗੁਰੂ ਨੂੰ ਗੁਰੂਦੁਆਰਾ ਕਹਿੰਦੇ ਹਾਂ। ਇਹ ਗੱਲ ਵੱਖਰੀ। ਇਹਨਾਂ ਦੇਸ਼ਾਂ 'ਚ ਗੁਰੂ ਘਰ ਕਹਿਣ ਲੱਗ ਪਏ ਨੇ। ਗੁਰੂਦੁਆਰਾ ਗੁਰੂਦੁਆਰ ਹੈ। ਗੁਰੂਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦਰਵਾਜ਼ਾ ਹੈ। ਸ਼ਬਦ ਦੇ ਜਪ ਨਾਲ ਹੀ ਪ੍ਰਕਾਸ਼ ਹੋਏਗਾ। ਦਰਵਾਜ਼ੇ ਤੋਂ ਲੰਘ ਕੇ ਹੀ ਮਨੁੱਖ ਪਰਮਾਤਮਾ ਤੱਕ ਪਹੁੰਚੇਗਾ। ਗੁਰੂ ਦਰ ਹੈ, ਪਰਮਾਤਮਾ ਘਰ ਹੈ। ਪਰਮਾਤਮਾ ਰੂਪੀ ਘਰ ਦਾ ਗੁਰੂ ਦਰ ਹੈ। ਹੁਣ ਮੈਂ ਅਰਜ਼ ਕਰਾਂ, ਇਹ ਦੋਵੇਂ ਅਲੱਗ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਈ ਵੇਦ। ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ। ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ। ਦਰਵਾਜ਼ੇ ਤੋਂ ਲੰਘ ਕੇ ਘਰ ਦੇ ਜਾਣਾ ਪਏਗਾ। ਕਿਵੇਂ ਲੰਘੀਏ, ਕਿਵੇਂ ਘਰ ਪਹੁੰਚੀਏ, ਇਹ ਸਾਰਾ ਖੁਲਾਸਾ ਕੱਲ੍ਹ ਤੁਹਾਡੇ ਸਾਹਮਣੇ ਰੱਖਾਂਗੇ। ਇੱਥੇ ਹੀ ਸਮਾਪਤੀ। 2 ਦਿਨ ਦਾ ਦਾਸ ਕੋਲ ਸਮਾਂ ਸੀ। ਪਰਸੋਂ ਦਾਸ ਨੇ ਇੰਗਲੈਂਡ ਚਲੇ ਜਾਣਾ। ਇਤਨੀ ਸੇਵਾ ਪ੍ਰਵਾਨ ਕਰਨੀ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਬੜੇ ਟਿਕਾਓ ਨਾਲ ਆਪ ਨੇ ਸਰਵਨ ਕੀਤਾ। ਇਹ ਰਹਿੰਦੀ ਵਿਚਾਰ ਬਾਕੀ ਕੱਲ੍ਹ 7 ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਬਾਰ ਸਾਰਿਆਂ ਦਾ ਧੰਨਵਾਦ। ਭੁੱਲ ਚੁੱਕ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।